ਦੀ ਪੜ੍ਹੀ ਆ ਉਹ ਵੀ ਉਨੀ ਹੀ ਜ਼ਰੂਰੀ ਆ, ਉਨੀ ਹੀ ਜ਼ਰੂਰੀ ਆ। ਬਿਲਕੁਲ ਠੀਕ ਆ। ਉਹ ਮਾਲਕ ਪਰਮਾਤਮਾ ਨੇ ਜਿਹੜੀ ਹੈਗੀ ਮਿਹਰ ਕਰਨੀ ਆ। ਅਤੇ ਉਹ ਕਿਉਂਕਿ ਮਾਲਕ ਤਾਂ ਜਿਹੜਾ ਕਿ ਉਹ ਕਹਿੰਦਾ ਵੀ ਮੇਰੇ ਕੋਲ ਤਾਂ ਜਿਹੜੇ ਡਿਮਾਂਡ ਹੀ ਨਹੀਂ ਆ ਰਹੀ, ਆਪਾਂ ਆਪਣੇ ਕੋਲੋਂ ਡਿਮਾਂਡ ਜਾਏਗੀ ਅਤੇ ਮਾਲਕ ਨੇ ਉਸੇ ਵੇਲੇ ਜਿਹੜਾ ਹੈਗਾ ਉਸੇ ਵੇਲੇ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਥੋੜ੍ਹੀ ਨਾ ਦੇਖਦਾ ਹੈ ਕਿੰਨਾ ਕਾਲਾ ਹੈ ਕਿੰਨਾ ਪੀਲਾ ਹੈ। ਉਹ ਤਾਂ ਸਾਰੇ ਦੇ ਸਾਰੇ ਤਾਂ ਆਪਾਂ ਬੱਚੇ ਹੈਗੇ ਮਾਲਕ ਪਰਮਾਤਮਾ ਦੇ। ਉਹ ਤਾਂ ਕਹਿੰਦਾ ਬੱਚੇ ਨੇ ਪੁਕਾਰ ਕੀਤੀ ਆ, ਬਸ ਮਾਂ ਨੇ ਤਾਂ ਉਸੇ ਵੇਲੇ ਜਿਹੜਾ ਬੱਚੇ ਨੂੰ ਦੇਖ ਲੈਣਾ ਹੈ, ਉਹਨੇ ਚੁੱਕ ਲੈਣਾ ਹੈ। ਬਸ ਆਪਣੀ ਪੁਕਾਰ ਚਾਹੀਦੀ ਹੈ, ਦਿਲੋਂ ਅੰਦਰੋਂ ਪੁਕਾਰ ਚਾਹੀਦੀ ਆ। ਅਤੇ ਲਈਏ ਅੱਜ ਸ਼ੁਰੂ ਕਰੀਏ ਆਪਾਂ 153 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। ਗੌੜੀ ਮਹੱਲਾ ਪਹਿਲਾ। ਉਲਟਿਓ ਕਮਲ ਬ੍ਰਹਮ ਵਿਚਾਰ। ਇਹ ਜਿਹੜਾ ਹਿਰਦਾ ਕਮਲ ਹੈਗਾ, ਜਿਹੜਾ ਹੁਣ ਆਪਣਾ ਜਿਹੜਾ ਹੈਗਾ ਇਹ ਸਾਰੇ ਸੰਸਕਾਰ ਹੈਗੇ ਜਿਹੜੇ ਆਪਣਾ ਹਿਰਦਾ ਕਮਲ ਕੀ ਹੈਗਾ? ਹਿਰਦਾ ਕਮਲ ਜਿਹੜਾ ਸੰਸਕਾਰ ਹੈਗੇ ਆਪਣੇ ਜਿਹੜੇ ਹੈਗੇ ਆਪਣੇ ਸੰਸਕਾਰ ਜਿਹੜੇ ਹੈਗੇ ਜਨਮਾਂ ਤੋਂ ਆਪਾਂ ਜਿਹੜੇ ਹੈਗੇ ਆ ਬਾਹਰਮੁਖੀ ਜਿਹੜੇ ਹੈਗੇ ਮਾਇਆ ਦੇ ਵਿੱਚ ਜਿਹੜੇ ਹੈਗੇ ਸੰਸਕਾਰ ਆਪਣੇ ਜਿਹੜੇ ਹੈਗੇ ਅਚਨਚੇਤ ਹੀ ਆਪਾਂ ਜਿਹੜੇ ਹੈਗੇ ਉਹ ਅਵਗੁਣਾਂ ਦੇ ਵਿੱਚ ਜਿਹੜੇ ਹੈਗੇ ਗਤੀ ਕਰਨ ਲੱਗ ਪੈਂਦੇ ਆ। ਕਹਿੰਦੇ ਉਹ ਕਮਲ ਜਿਹੜਾ ਹੈਗਾ ਉਲਟ ਗਿਆ। ਹੁਣ ਉਹ ਜਿਹੜਾ ਹੈਗਾ ਬਾਹਰਮੁਖੀ ਤੋਂ ਅੰਤਰਮੁਖੀ ਹੋ ਗਿਆ। ਕਿਵੇਂ ਹੋ ਗਿਆ? ਬ੍ਰਹਮ ਵਿਚਾਰ। ਬ੍ਰਹਮ ਵਿਚਾਰ ਕੀ ਹੈਗੀ? ਬ੍ਰਹਮ ਵਿਚਾਰ ਹੈ ਧਿਆਨ ਸਿਮਰਨ। ਇਹ ਧਿਆਨ ਸਿਮਰਨ ਦੇ ਨਾਲ ਉਹ ਹਿਰਦਾ ਕਮਲ ਜਿਹੜਾ ਹੈਗਾ ਉਲਟ ਗਿਆ। ਕੀ ਹੋਇਆ ਫਿਰ ਉਹਦੇ ਨਾਲ? ਉਲਟ ਗਿਆ। ਬਸ ਆਹੀ ਉਲਟ ਮਾਲਕ ਨੂੰ ਇਹੀ ਸ਼ਿਫਟਿੰਗ ਤਾਂ ਚਾਹੀਦੀ ਹੈ ਮਾਲਕ ਨੂੰ। ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗਗਨ 10 ਦੁਆਰ। ਕਹਿੰਦੇ 10ਵੇਂ ਦੁਆਰ 'ਤੇ ਗਗਨ ਮੰਡਲ ਦੇ ਵਿੱਚ ਸੁਰਤ ਚਲੀ ਗਈ ਔਰ ਅੰਮ੍ਰਿਤ ਦੀ ਧਾਰਾ ਜਿਹੜੀ ਹੈ ਉਹ ਡਿੱਗਣ ਲੱਗ ਪਈ। ਅੰਮ੍ਰਿਤ ਧਾਰ ਗਗਨ 10 ਦੁਆਰ ਤਿਰ ਭਵਨ ਬੇਦਿਆ ਆਪ ਮੁਰਾਰ। ਕਹਿੰਦੇ ਸਾਰੀ ਹੁਣ ਦੇਖੋ ਆਖਰੀ ਤੁਕ ਦੇ ਵਿੱਚ ਜਿਹੜੀ ਹੈਗੀ ਜਿਹੜਾ ਆਪਾਂ ਹੁਣ ਵਿਚਾਰ ਕਰ ਰਹੇ ਸੀ ਉਹ ਕਹਿੰਦੇ ਮਾਲਕ ਨੇ ਮਿਹਰ ਕਰ ਦਿੱਤੀ। ਇਹ 3 ਭਵਨਾਂ ਦੇ ਵਿੱਚ ਧਰਤ ਪਤਾਲ ਆਕਾਸ਼ ਦੇ ਵਿੱਚ ਜਿਹੜਾ ਮਾਲਕ ਹੈਗਾ ਉਹਨੇ ਮਿਹਰ ਕਰ ਦਿੱਤੀ ਔਰ ਮੇਰੀ ਸੁਰਤ ਜਿਹੜੀ ਹੈਗੀ ਇਸ ਤਰੀਕੇ ਦੇ ਨਾਲ ਗਗਨ ਮੰਡਲ ਦੇ ਵਿੱਚ ਚਲੀ ਗਈ ਔਰ ਅੰਮ੍ਰਿਤ ਦੀ ਧਾਰ ਆ ਗਈ। 3 ਭਵਨਾਂ ਦਾ ਮਾਲਕ ਜਿਹੜਾ ਹੈਗਾ ਉਹਦੇ ਨਾਲ ਮੇਰੀ ਜਿਹੜੀ ਹੈਗੀ ਸਾਂਝ ਬਣ ਗਈ। ਤਿਰਭਵਨ ਬੇਦਿਆ ਕਿਨੇ? ਮਾਲਕ ਆਪ ਆ ਗਿਆ ਹਿਰਦੇ 'ਤੇ। ਤਿਰਭਵਨ ਬੇਦਿਆ ਆਪ ਮੁਰਾਰ। ਰੇ ਮਨ ਮੇਰੇ ਭਰਮ ਨਾ ਕੀਜੈ। ਹੇ ਮੇਰੇ ਮਨਾ ਦੇਖ, ਬਿਲਕੁਲ ਜਰਾ ਵੀ ਭਰਮ ਨਾ ਕਰ, ਜਰਾ ਵੀ ਧੋਖਾ ਨਾ ਕਰ, ਜਰਾ ਵੀ ਟਰੈਪ ਦੇ ਵਿੱਚ ਨਾ ਫਸ, ਇਸ ਗੱਲ 'ਤੇ ਜਰਾ ਵੀ ਸ਼ੱਕ ਨਾ ਕਰ। ਰੇ ਮਨ ਮੇਰੇ ਭਰਮ ਨਾ ਕੀਜੈ ਮਨ ਮਾਨੈ ਅੰਮ੍ਰਿਤ ਰਸ ਪੀਜੈ ਰਹਾਓ। ਦੇਖ ਲਾ ਪਿਆਰਿਆ, ਜੇ ਮਨ ਮੰਨ ਗਿਆ ਤਾਂ ਮਨ ਮੰਨ ਗਿਆ ਤੇ ਅੰਮ੍ਰਿਤ ਦਾ ਰਸ ਪੀਣ ਨੂੰ ਮਿਲ ਜਾਏਗਾ। ਇਹ ਮਨ ਹੀ ਮੰਨਣਾ ਹੈ ਭਾਈ, ਮਨ ਨੇ ਮੰਨਣਾ ਹੈ, ਮਨ ਨੇ ਹੀ ਸ਼ਿਫਟ ਹੋਣਾ ਹੈ, ਮਨ ਨੂੰ ਮਨ ਨੇ ਹੀ ਮਨਾਉਣਾ ਹੈਗਾ। ਗੁਰੂ ਦੀ ਮੱਤ ਲੈ ਕੇ ਮਨ ਨੂੰ ਮਨਾਉਣ ਵਾਲਾ ਵੀ ਮਨ ਹੀ ਹੈਗਾ। ਰਹਾਓ ਜਨਮ ਜੀਤ ਮਰਨ ਮਨ ਮਾਨਿਆ। ਹੁਣ ਜੇ ਦੇਖ ਲਓ ਕਹਿੰਦੇ ਜਨਮ ਜਿਹੜਾ ਹੈਗਾ ਜਿੱਤਿਆ ਗਿਆ। ਇਹ ਮਨੁੱਖਾ ਜੂਨ ਪਾਈ ਸੀਗੀ, ਇਹ ਮਨੁੱਖਾ ਜੂਨ ਜਿਹੜੀ ਹੈਗੀ ਜਿੱਤੀ ਗਈ। ਜਨਮ ਜੀਤ ਮਰਨ ਮਨ ਮਾਨਿਆ। ਮਨ ਮੰਨ ਗਿਆ ਮਾਇਆ ਤੋਂ ਮਰਨ ਵਾਸਤੇ। ਮਨ ਜਿਹੜਾ ਹੈਗਾ ਬਾਹਰਲੇ ਸਵਾਦ ਜਿਹੜੇ ਹੈਗੇ ਕਹਿੰਦਾ ਇਹ ਤੋਂ ਮੈਨੂੰ ਰਜ ਤਾਂ ਆ ਨਹੀਂ ਰਿਹਾ। ਇਹਨਾਂ ਦੇ ਨਾਲ ਜਿੰਨਾ ਮੈਂ ਇਹਨਾਂ ਦੇ ਨਾਲ ਜੁੜਦਾ ਹਾਂ ਓਨਾ ਹੀ ਜਿਹੜੇ ਹੈਗੇ ਇਹ ਮੈਨੂੰ ਜਿਹੜੇ ਹੈਗੇ ਆ ਹੋਰ ਪਿਆਸ ਲੱਗਦੀ ਹੈ ਇਹਨਾਂ ਦੀ। ਇਸ ਗੱਲ ਨੂੰ ਮਨ ਮੰਨ ਗਿਆ। ਕਹਿੰਦਾ ਇਹਨਾਂ ਤੋਂ ਸੰਕੋਚ ਕਰਨ ਨੂੰ ਮਨ ਮੰਨ ਗਿਆ ਅਤੇ ਜਨਮ ਜਿੱਤਿਆ ਗਿਆ। ਜਨਮ ਜੀਤ ਮਰਨ ਮਨ ਮਾਨਿਆ ਆਪ ਮੂਆ ਮਨ ਤੇ ਜਾਣਿਆ। ਕਹਿੰਦੇ ਆਪ ਜਿਹੜਾ ਹੈਗਾ ਆਪ ਕਹਿੰਦੇ ਹਉਮੈ ਆਪ ਮੂਆ ਹਉਮੈ ਮਰ ਗਈ। ਮੇਰੀ ਜਿਹੜਾ ਮੈਂ ਕਰਤਾ ਕਹਿੰਦਾ ਸੀਗਾ ਆ ਮੇਰਾ ਘਰ ਆ, ਮੇਰੀ ਘਰਵਾਲੀ ਆ, ਮੇਰੇ ਬੱਚੇ ਆ, ਮੇਰਾ ਫਲਾਨਾ ਸਾਰਾ ਜਿਹੜਾ ਮੈਂ ਕਰਦਾ ਸੀ ਇਨਸਾਨ। ਮੈਂ ਭਗਤੀ ਕਰ ਰਿਹਾ ਹਾਂ, ਮੈਂ ਆ ਕਰ ਰਿਹਾ। ਆਪ ਮੂਆ ਮਨ
ਮਨ ਤੇ ਜਾਣਿਆ। ਕਹਿੰਦੇ ਮਨ ਤੋਂ ਹੀ ਮਨ ਨੂੰ ਜਾਣ ਲਿਆ ਅੰਦਰ, ਮਨ ਦੇ ਅੰਦਰ ਹੀ ਰਸਤਾ ਹੈਗਾ। ਸੁਰਤ ਮਨ ਦੇ ਵਿੱਚ ਚਲੀ ਗਈ। ਆਪ ਮੁਆ ਮਨ ਮਨ ਤੇ ਜਾਣਿਆ। ਮਨ ਦੇ ਅੰਦਰ ਹੀ ਰਸਤਾ ਹੈ। ਵਿਚਾਰ ਬੰਦ ਕਰੋ ਤੇ ਮਨ ਦੇ ਅੰਦਰ ਹੀ ਜਿਹੜੀ ਹੈਗੀ ਆ ਖੇਡ ਪ੍ਰਗਟ ਹੋ ਜਾਣੀ ਹੈ। ਆਤਮਾ ਮਨ ਦੇ ਵਿੱਚੋਂ ਦੀ ਰਸਤਾ ਹੈ। ਆਤਮਾ ਨੂੰ ਮਨ ਹੀ ਤਾਂ ਹੈਗਾ ਜਿਹੜਾ ਜਾਣ ਨਹੀਂ ਦੇ ਰਿਹਾ। ਆਪ ਮੁਆ ਮਨ ਮਨ ਤੇ ਜਾਣਿਆ। ਨਜ਼ਰ ਪਈ ਘਰ ਘਰ ਤੇ ਜਾਣਿਆ। ਕਹਿੰਦੇ ਮਾਲਕ ਦੀ ਮਿਹਰ ਹੋ ਗਈ, ਕਿਰਪਾ ਦ੍ਰਿਸ਼ਟੀ ਹੋ ਗਈ। ਔਰ ਉਹ ਘਰ ਜਿਹੜਾ ਸੀਗਾ, ਅਸਲੀ ਘਰ ਜਿਹੜਾ ਸੀਗਾ, ਉਹ ਘਰ ਦੇ ਅੰਦਰ ਹੀ ਪ੍ਰਗਟ ਹੋ ਗਿਆ। ਘਰ ਦੇ ਅੰਦਰ ਹੀ, ਇਸੇ ਸਰੀਰ ਦੇ ਅੰਦਰ ਹੀ ਜਿਹੜਾ ਹੈਗਾ ਵਿਚਾਰ ਬੰਦ ਹੋਏ ਤੇ ਰਸਤਾ ਆ ਗਿਆ। ਵਿਚਾਰ ਬੰਦ ਹੋਏ, ਲਹਿਰਾਂ ਖਤਮ ਹੋਈਆਂ ਤੇ ਅੰਦਰ ਜਿਹੜੀ ਹੈਗੀ ਆ ਉਹ ਦਿਖਣ ਲੱਗ ਪਿਆ। ਜਿਚਰੇ ਮਨ ਲਹਿਰੀ ਵਿੱਚ ਹੈ, ਹਉਮੈ ਬਹੁਤ ਅਹੰਕਾਰ। ਉਹਦੇ ਚ ਆਉਂਦਾ ਸੇਵਾ ਥਾਏ ਨਾ ਪਵੇ ਤਿਸ ਕੀ ਖਪ ਖਪ ਹੋਏ ਖੁਆਰ। ਜਤ ਸਤ ਤੀਰਥ ਮਜਨ ਨਾਮ। ਕਹਿੰਦੇ ਜਤ ਤੇ ਸਤ ਤੇ ਤੀਰਥ। ਦੇਖ ਲਓ, ਇੱਕ ਜਤ ਹੈਗਾ ਕੰਟਰੋਲ ਆਫ ਸੈਂਸਿਸ, ਸਤ ਹੈਗਾ ਸੱਚਾ ਆਚਰਣ, ਤੀਰਥ ਆ ਤੀਰਥ ਮਿਲ ਗਿਆ। ਕਿਵੇਂ ਮਿਲ ਗਿਆ? ਮਜਨ ਨਾਮ। ਕਹਿੰਦੇ ਨਾਮ ਦੇ ਨਾਲ, ਨਾਮ ਦੇ ਨਾਲ ਜਿਹੜਾ ਹੈਗਾ ਮਜਨ ਕੀਤਾ, ਨਾਮ ਦੇ ਵਿੱਚ ਇਸ਼ਨਾਨ ਕੀਤਾ। ਜਤ ਸਤ ਤੀਰਥ ਮਜਨ ਨਾਮ ਅਧਿਕ ਵਿਥਾਰ ਕਰੋ ਕਿਸ ਕਾਮ। ਕਹਿੰਦੇ ਹੋਰ ਜਿਹੜਾ ਹੈਗਾ ਮੈਂ ਵਿਸਤਾਰ ਕਰਾਂ, ਜ਼ਿਆਦਾ ਜਿਹੜਾ ਹੈਗਾ ਵਿਸਤਾਰ ਕਾਹਦੇ ਵਾਸਤੇ, ਕਿਸ ਕੰਮ ਦਾ ਹੈਗਾ। ਕਹਿੰਦੇ ਹੋਰ ਵਿਸਤਾਰ ਕਿਸ ਕੰਮ ਦਾ ਹੈਗਾ। ਸਿੰਪਲ ਜੀ ਗੱਲ ਹੈਗੀ। ਕਹਿੰਦੇ ਜਤ ਸਤ ਤੀਰਥ ਮਜਨ ਨਾਮ ਅਧਿਕ ਵਿਥਾਰ ਕਰੋ ਕਿਸ ਕਾਮ। ਨਰ ਨਾਰਾਇਣ ਅੰਤਰਜਾਮ। ਕਹਿੰਦੇ ਵਿਸਤਾਰ ਦੀ ਕੀ ਲੋੜ ਹੈ। ਉਹ ਨਰ ਨਾਰਾਇਣ ਜਿਹੜਾ ਹੈਗਾ, ਮਾਲਕ ਪਰਮਾਤਮਾ ਜਿਹੜਾ ਹੈਗਾ, ਉਹ ਤਾਂ ਕਹਿੰਦੇ ਅੰਦਰ ਹੈਗਾ, ਮੇਰੇ ਜਾਮੇ ਦੇ ਅੰਦਰ ਹੀ ਹੈਗਾ। ਉਹ ਸਭ ਕੁਝ ਜਾਣਦਾ ਹੈ ਮੇਰਾ। ਆਨ ਮਨੋ ਤਉ ਪਰ ਕਰ ਜਾਉ। ਕਹਿੰਦੇ ਜੇ ਕੋਈ ਜਿਹੜਾ ਹੈਗਾ, ਹੁਣ ਮੈਂ ਜੇ ਮਾਲਕ ਪਰਮਾਤਮਾ ਦੇ ਉੱਤੇ ਮੇਰਾ ਵਿਸ਼ਵਾਸ ਨਹੀਂ ਹੈਗਾ ਤੇ ਮੈਂ ਫਿਰ ਪਰਾਏ ਘਰ 'ਚ ਜਾਊਂਗਾ, ਬਾਹਰ ਮੁਖੀ ਹੋ ਜਾਊਂਗਾ। ਫਿਰ ਆਨ ਮਨੋ ਤਉ ਪਰ ਕਰ ਜਾਉ ਕਿਸ ਜਾਚੋ ਨਾਹੀ ਕੋ ਥਾਉ। ਕਹਿੰਦੇ ਕਿਹਨੂੰ ਮੈਂ ਜਾਚਨਾ ਕਰਾਂ ਕਿਹਦੇ ਕੋਲ ਜਾ ਕੇ। ਕੋਈ ਤੇਰੇ ਤੋਂ ਬਗੈਰ ਤਾਂ ਕੋਈ ਥਾਂ ਹੀ ਹੈ ਨਹੀਂਗਾ। ਨਾਨਕ ਗੁਰਮਤਿ ਸਹਿਜ ਸਮਾਉ। ਕਹਿੰਦੇ ਅਵਸਥਾ, ਇਹ ਸਹਿਜ ਅਵਸਥਾ, ਇਹ ਅੰਮ੍ਰਿਤ ਥਾਰ, ਇਹ ਜਿਹੜੀ ਹੈਗੀ ਆ ਹਿਰਦਾ ਕਮਲ ਜਿਹੜਾ ਹੈਗਾ ਖਿੜਨਾ। ਕਹਿੰਦੇ ਸਾਰਾ ਦਾ ਸਾਰਾ ਗੁਰੂ ਦੀ ਮੱਤ ਦੇ ਦੁਆਰਾ ਹੋਣਾ ਹੈ ਭਾਈ। ਨਾਨਕ ਗੁਰਮਤਿ ਸਹਿਜ ਸਮਾਉ। ਸਹਿਜ ਅਵਸਥਾ ਦੇ ਵਿੱਚ ਸਮਾਈ, ਵਿਚਾਰ ਮੁਕਤ ਸਹਿਜ ਅਵਸਥਾ ਜਿਹੜੀ ਹੈਗੀ, ਇਹਦੇ ਵਿੱਚ ਸਮਾਈ ਜਿਹੜੀ ਹੈਗੀ। ਤੁਰਿਆ ਗੁਣ ਕਹਿ ਰਿਹਾ, ਤੁਰਿਆ ਗੁਣ ਜਿਹੜੀ ਚੌਥਾ ਪਦ ਜਿਹੜਾ ਹੈਗਾ, ਉੱਥੇ ਤੱਕ ਜਿਹੜਾ ਹੈਗਾ ਇਹ ਹੋਣੀ ਆ ਗੁਰੂ ਦੀ ਮੱਤ ਦੇ ਦੁਆਰਾ। ਨਾਨਕ ਗੁਰਮਤਿ ਸਹਿਜ ਸਮਾਉ। ਗੌੜੀ ਮਹੱਲਾ ਪਹਿਲਾ। ਸਤਿਗੁਰ ਮਿਲੈ ਸੋ ਮਰਨ ਦਿਖਾਏ। ਕਹਿੰਦੇ ਬਸ ਦੇਖ ਲਓ ਭਾਈ, ਗੁਰੂ ਨੂੰ ਮਿਲਣਾ ਹੈਗਾ, ਬ੍ਰਹਮ ਗਿਆਨੀਆਂ ਨੂੰ ਮਿਲਣਾ। ਬ੍ਰਹਮ ਗਿਆਨ ਚਾਹੀਦਾ ਆ। ਜਿਨ੍ਹਾਂ ਨੇ ਯਾਤਰਾ ਕਰ ਲਈ ਆ, ਜਿਨ੍ਹਾਂ ਦੀ ਅਪਰੋਚ ਜਿਹੜੀ ਹੈਗੀ ਆ ਉਹ ਮਾਲਕ ਦੇ ਨਾਲ ਵੀ ਬੂੰਦ ਮਿਲੀ ਹੋਈ ਆ, ਔਰ ਇੱਧਰ ਦੁਨੀਆ ਦੇ ਵਿੱਚ ਵੀ ਜਿਹੜੇ ਹੈਗੇ, ਜਿਹੜੇ ਇਸ ਪਾਸੇ ਨੂੰ ਵੀ ਜਾਣਦੇ, ਉਸ ਪਾਸੇ ਨੂੰ ਵੀ ਜਾਣਦੇ, ਜਿਨ੍ਹਾਂ ਨੇ ਯਾਤਰਾ ਕੀਤੀ ਹੈ, ਉਹਨਾਂ ਦਾ ਗਿਆਨ ਹੋਏ, ਉਹਨਾਂ ਦੀ ਡਾਇਰੈਕਸ਼ਨ ਹੋਏ ਤੇ ਆਪਾਂ ਜਿਹੜੇ ਹੈਗੇ ਆ ਤੇ ਪਤਾ ਲੱਗਦਾ ਹੈ ਭਾਈ। ਸਤਿਗੁਰ ਮਿਲੈ ਸੋ ਮਰਨ ਦਿਖਾਏ। ਉਹ ਦੱਸਦਾ ਹੈ ਭਾਈ ਕਿਵੇਂ ਜਿਹੜਾ ਹੈਗਾ ਆਪਣੇ ਸੈਂਸਿਸ ਤੇ ਕੰਟਰੋਲ ਕਰਨਾ ਹੈ, ਕਿਵੇਂ ਦੁਨੀਆ ਦੇ ਪਦਾਰਥ ਜਿਹੜੇ ਹੈਗੇ ਇਹਨਾਂ ਤੋਂ ਮਰਨਾ ਹੈ, ਕਿਵੇਂ ਮਾਇਆ ਜਿਹੜੀ ਧੋਖਾ ਜਿਹੜਾ ਟਰੈਪ ਜਿਹੜਾ ਹੈਗਾ ਇਸ ਨੂੰ ਆਪਾਂ ਨੇ ਜਿੱਤਣਾ ਹੈਗਾ। ਸਤਿਗੁਰ ਮਿਲੈ ਸੋ ਮਰਨ ਦਿਖਾਏ। ਮਰਨ ਰਹਿਣ ਰਸ ਅੰਤਰ ਭਾਏ। ਕਹਿੰਦੇ ਫਿਰ ਭਾਈ ਮਰਨ ਰਹਿਣ, ਕਹਿੰਦੇ ਰਸ ਅੰਤਰ ਭਾਏ।
ਕਹਿੰਦੇ ਅੰਦਰ ਜਿਹੜਾ ਹੈਗਾ ਉਹ ਅੰਮ੍ਰਿਤ ਰਸ ਅੰਦਰ ਭਾ ਜਾਂਦਾ ਹੈ ਭਾਈ। ਮਰਨ ਜਿਹੜਾ ਹੈਗਾ, ਮਰਨ ਜੇ ਮਰਨ ਪਤਾ ਲੱਗ ਗਿਆ, ਬਾਹਰ ਮੁਖੀ ਜਿਹੜਾ ਹੈਗਾ ਮਨ ਜਿਹੜਾ ਹੈਗਾ ਇਹ ਆਪਣੀਆਂ ਇੰਦਰੀਆਂ ਨੂੰ ਕੰਟਰੋਲ ਕੀਤਾ ਅਤੇ ਪਤਾ ਲੱਗ ਗਿਆ ਵੀ ਇਹ ਮਰਨ ਜਿਹੜਾ ਹੈਗਾ ਇਹ ਤਾਂ ਰਹਿਣ ਹੈਗਾ, ਇਹ ਤਾਂ ਜਿਹੜਾ ਹੈਗਾ ਹਮੇਸ਼ਾ ਵਾਸਤੇ ਜੀਵਨ ਹੈਗਾ। ਇਹਦੇ ਨਾਲ ਤਾਂ ਰਸ ਅੰਤਰ ਅੰਮ੍ਰਿਤ ਰਸ ਅੰਦਰ ਪਾ ਜਾਂਦਾ ਹੈ। ਮਰਨ ਰਹਿਣ ਰਸ ਅੰਤਰ ਪਾਏ, ਗਰਭ ਨਿਵਾਰ ਗਗਨਪੁਰ ਪਾਏ। ਕਹਿੰਦੇ ਦੇਖ ਆਪਣੀ ਹਉਮੈ 'ਤੇ ਵਰਕਆਊਟ ਕਰ, ਇਹਨੂੰ ਦੂਰ ਕਰ, ਤਾਂ ਜਿਹੜਾ ਹੈਗਾ ਇਹ ਗਗਨਪੁਰੀ ਜਿਹੜਾ ਹੈਗਾ ਇੱਕ ਨਗਰੀ ਹੈਗੀ, ਇੱਕ ਪੁਰੀ ਹੈਗੀ ਆ ਇਹ ਜਿਹੜੀ ਹੈਗੀ ਇਹ ਸ਼ਹਿਰ ਜਿਹੜਾ ਹੈਗਾ ਗਗਨ ਮੰਡਲ ਦਾ ਸ਼ਹਿਰ, ਤਾਂ ਉੱਥੇ ਜਿਹੜਾ ਹੈਗਾ ਤੇਰਾ ਜਿਹੜਾ ਹੈਗਾ ਤੇਰੀ ਅਪਰੋਚ, ਤੇਰਾ ਵਾਸਾ ਉੱਥੇ ਹੋ ਜਾਏਗਾ, ਤੇਰੀ ਐਕਸੈਸ ਹੋ ਜਾਏਗੀ ਉਸ ਜਗ੍ਹਾ 'ਤੇ ਗਗਨਪੁਰੀ ਦੇ ਵਿੱਚ। ਸਤਿਗੁਰ ਮਿਲੇ ਸੋ ਮਰਨ ਦਿਖਾਏ, ਮਰਨ ਰਹਿਣ ਰਸ ਅੰਤਰ ਪਾਏ, ਗਰਭ ਨਿਵਾਰ ਗਗਨਪੁਰ ਪਾਏ। ਮਰਨ ਲਿਖਾਏ ਆਏ ਨਹੀਂ ਰਹਿਣਾ। ਦੇਖ ਲਓ ਹਰੇਕ ਜਿਹੜਾ ਵੀ ਆਇਆ ਮਨੁੱਖੀ ਜੀਵਨ ਪਾਈ ਆਪਾਂ ਨੇ, ਮੌਤ ਪਹਿਲਾਂ ਸਾਹੇ ਪਹਿਲਾਂ ਲਿਖੇ ਹੋਏ ਆਪਣੇ, ਜਿੱਤ ਦਿਹਾੜੇ ਧਨਵਰੀ ਸਾਹੇ ਲਏ ਲਿਖਾਏ। ਮਲਕ ਜੇ ਕੰਨੀ ਸੁਣੀਦਾ ਮੂੰਹ ਦਿਖਾ ਲੈ ਆਏ, ਮਰਨ ਲਿਖਾਏ ਆਏ ਨਹੀਂ ਰਹਿਣਾ। ਕਹਿੰਦੇ ਇੱਥੇ ਨਹੀਂ ਰਹਿਣਾ, ਇਹ ਪਰਮਾਨੈਂਟ ਪਲੇਸ ਨਹੀਂ ਹੈ, ਇਹ ਤੇਰਾ ਜਿਹੜਾ ਹੈਗਾ ਐਗਜ਼ਾਮਨੇਸ਼ਨ ਸੈਂਟਰ ਹੈਗਾ। ਇਹ ਤੇਰਾ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ ਤੇਰਾ ਜਿਹੜਾ ਹੈਗਾ ਇਹ ਤੇਰੀ ਫੀਲਡ ਹੈਗੀ ਆ। ਇੱਥੇ ਜਿਹੜਾ ਹੈਗਾ ਤੇਰਾ ਇੱਥੇ ਜਿਹੜਾ ਹੈਗਾ ਜੋ ਕੁਛ ਵੀ ਤੂੰ ਕਰਮਾਂ ਦਾ ਖੇਤ ਹੈਗਾ ਇਹ। ਇੱਥੇ ਕਰਮ ਜੋ ਕੁਛ ਕਰੇਗਾ ਉਹਦਾ ਤੈਨੂੰ ਫਲ ਮਿਲੂਗਾ। ਮਰਨ ਲਿਖਾਏ ਆਏ ਨਹੀਂ ਰਹਿਣਾ, ਹਰ ਜਪ ਜਾਪ ਰਹਿਣ ਹਰ ਸਰਣਾ। ਆਹੀ ਨੁਕਤਾ ਹੈਗਾ ਭਾਈ, ਪਰਮੇਸ਼ਰ ਦਾ ਨਾਮ ਜਪਣਾ, ਹਰ ਜਪ ਜਾਪ, ਆਹੀ ਜਾਪ ਕਰਕੇ ਰਹਿਣ ਹਰ ਸਰਣਾ, ਔਰ ਮਾਲਕ ਦੀ ਸ਼ਰਨ ਦੇ ਵਿੱਚ ਰਹੀਏ। ਆਪਣੀ ਹਉ ਮੈਂ ਮੇਰੀ ਜਿਹੜੀ ਹੈਗੀ ਇਹਨੂੰ ਥੱਲੇ ਰੱਖ ਕੇ ਮਾਲਕ ਦੀ ਸ਼ਰਨ ਦੇ ਵਿੱਚ ਰਹੀਏ। ਆਹੀ ਹੈਗਾ ਭਾਈ। ਦੇਖ ਲਓ ਰਹਾਉ ਦੀ ਪੰਕਤੀ ਹੈਗੀ, ਕਹਿੰਦੇ ਦੇਖ ਲਾ ਆਇਆ ਤੇ ਤੂੰ ਚਲੇ ਜਾਣਾ, ਭਾਵੇਂ ਜਿਹੜਾ ਮਰਜ਼ੀ ਨਾਡੂ ਖਾਂ ਹੋਏ, ਜਿਹੜਾ ਮਰਜ਼ੀ ਦੁਨੀਆ 'ਚ ਆਇਆ ਹੈ, ਕਹਿੰਦੇ ਸਾਰੇ ਜਾਣਗੇ ਭਾਈ ਕੋਈ ਰਹਿਣ ਵਾਲਾ ਨਹੀਂ ਹੈਗਾ। ਜੇ ਜਨਮ ਸਫਲ ਕਰਨਾ ਹੈ ਤੇ ਹਰ ਜਪ ਜਾਪ ਰਹਿਣ ਹਰ ਸਰਣਾ। ਦੋ ਹੀ ਨੁਕਤੇ ਹੈਗੇ, ਪਰਮੇਸ਼ਰ ਦੀ ਸ਼ਰਨ ਦੇ ਵਿੱਚ ਰਹੋ ਔਰ ਨਾਮ ਧਿਆਨ ਸਿਮਰਨ ਕਰਦੇ ਰਹੋ। ਆਪਣੇ ਵਿਚਾਰ ਜਿਹੜੇ ਹੈਗੇ ਵਿਚਾਰਾਂ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦਿਓ। ਹਰ ਜਪ ਜਾਪ ਰਹਿਣ ਹਰ ਸਰਣਾ ਰਹਾਓ। ਸਤਿਗੁਰ ਮਿਲੇ ਤਾਂ ਦੁਬਿਧਾ ਭਾਗੈ। ਕਹਿੰਦੇ ਇਹਦੇ ਵਾਸਤੇ ਭਾਈ ਗਾਈਡ ਚਾਹੀਦਾ ਹੈ, ਬ੍ਰਹਮ ਗਿਆਨੀ ਚਾਹੀਦੇ, ਬ੍ਰਹਮ ਗਿਆਨ ਚਾਹੀਦਾ, ਗੁਰੂ ਦੀ ਮੱਤ ਚਾਹੀਦੀ, ਗੁਰਮਤ ਚਾਹੀਦੀ ਹੈ। ਸਤਿਗੁਰ ਮਿਲੇ, ਮਹਾਰਾਜ ਨੇ ਤਾਂ ਪੰਜਵੀਂ ਪਾਤਸ਼ਾਹੀ ਨੇ ਦੇਖੋ ਕਿੰਨੇ ਜਿਹੜੇ ਹੈਗੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਜਿਹੜਾ ਹੈਗਾ ਉਹਨਾਂ ਨੇ ਇਹ ਜਿਹੜਾ ਹੈਗਾ ਇਹ ਭਟਕਣਾ ਜਿਹੜੀ ਹੈਗੀ ਨਹੀਂ ਤਾਂ ਕਿੱਥੇ ਜਾਣਾ ਪੈਂਦਾ ਸੀ। ਬ੍ਰਹਮ ਗਿਆਨੀ ਨੂੰ ਆਪਾਂ ਕੀ ਭਾਲ ਸਕਦੇ ਸੀਗੇ? ਆਪਣਾ ਤਾਂ ਵੈਸੇ ਹੀ ਟਿਊਬਲਾਈਟ ਜਿਹੜੀ ਹੈ ਫਿਊਜ਼ ਹੈ, ਆਪਾਂ ਤਾਂ ਹਨੇਰੇ ਦੇ ਵਿੱਚ ਬੈਠੇ ਹਾਂ, ਆਪਾਂ ਕਿਵੇਂ ਜੱਜ ਕਰ ਲਾਂਗੇ? ਬ੍ਰਹਮ ਗਿਆਨੀ ਹੈਗਾ ਇਹ, ਆਪਾਂ ਤਾਂ ਬਾਹਰ ਮੁਖੀ ਦੇਖਾਂਗੇ, ਕੱਪੜੇ ਦੇਖਾਂਗੇ, ਉਹਦੀ ਦਿੱਖ ਦੇਖਾਂਗੇ, ਆਪਾਂ ਥੋੜ੍ਹੀ ਨਾ ਉਹਦੇ ਅੰਦਰ ਦਾ ਜਿਹੜਾ ਹੈਗਾ ਅੰਦਰ ਉਹਦੇ ਪਰਖ ਸਕਦੇ ਹਾਂ। ਮਹਾਰਾਜ ਨੇ ਕਿੰਨਾ ਉਪਕਾਰ ਕੀਤਾ ਆਪਾਂ ਨੂੰ, ਜਿਹੜਾ ਹੈਗਾ ਇਹ ਗੁਰੂ ਜਿਹੜੇ ਹੈਗੇ ਗੁਰੂ ਦਾ ਦਰਜਾ ਦੇ ਦਿੱਤਾ। ਕਹਿੰਦੇ ਬ੍ਰਹਮ ਗਿਆਨ ਇੱਥੋਂ ਲੈ ਪਾਏ, ਆਇਆ ਤੈਨੂੰ ਰੈਡੀਲੀ ਅਵੇਲੇਬਲ ਆ। ਔਰ ਕਿੰਨੀ ਹੁਣ ਦੇਖੋ ਇੰਟਰਨੈਟ ਦੇ ਦੁਆਰਾ ਕਿੰਨਾ ਜ਼ਿਆਦਾ ਜਿਹੜਾ ਹੈਗਾ ਆਪਣੇ ਉੱਪਰ ਉਪਕਾਰ ਹੋ ਗਿਆ। 24 ਘੰਟੇ ਰਾਊਂਡ ਦੀ ਕਲਾਕ ਜਿਸ ਟਾਈਮ ਮਰਜ਼ੀ ਜਿਹੜਾ ਹੈਗਾ ਆਪਾਂ ਗੁਰੂ ਨੂੰ ਮਿਲ ਸਕਦੇ ਹਾਂ। ਇਹ ਸ਼ਬਦ ਗੁਰੂ ਨੂੰ ਆਪਾਂ ਜਦ ਮਰਜ਼ੀ ਮਿਲ ਸਕਦੇ ਹਾਂ। ਸਤਿਗੁਰ ਮਿਲੇ ਤਾਂ ਦੁਬਿਧਾ ਜਾਏ। ਕਹਿੰਦੇ ਤਾਂ ਦੁਬਿਧਾ ਜਾਏਗੀ ਭਾਈ। ਸਤਿਗੁਰੂ ਨੂੰ ਮਿਲਣਾ ਕੀ ਹੈ? ਸਤਿਗੁਰੂ ਨੂੰ ਮਿਲਣਾ ਹੈਗਾ ਭਾਈ ਇਹ ਗਿਆਨ ਨੂੰ ਜਿਹੜਾ ਹੈਗਾ ਵਾਚਣਾ, ਵਿਚਾਰਨਾ ਔਰ ਇਹਦੇ ਅਨੁਸਾਰ ਜਿਹੜਾ ਹੈਗਾ ਆਪਣੇ ਆਪ ਨੂੰ ਘੜਨਾ। ਆਇਆ ਸਤਿਗੁਰੂ ਨੂੰ ਮਿਲਣਾ। ਸਤਿਗੁਰ ਮਿਲੇ ਤਾਂ ਦੁਬਿਧਾ ਭਾਗੈ, ਕਮਲ ਵਿਗਾਸ ਮਨ ਹਰ ਪ੍ਰਭ ਲਾਗੈ। ਕਹਿੰਦੇ ਹਿਰਦਾ ਕਮਲ ਜਿਹੜਾ ਹੈ ਵਿਕਸਿਤ ਹੋ ਜਾਊਗਾ। ਉਹਦੇ ਅੰਦਰੋਂ ਜਿਹੜੀ ਹੈਗੀ ਤ੍ਰਿਸ਼ਨਾ ਜਿਹੜੀ ਹੈਗੀ ਆ ਉਹ ਵਿਸ਼ੇ ਵਿਕਾਰਾਂ ਦਾ ਜਲ ਜੋ ਸੰਸਕਾਰ ਹੈਗੇ ਉਹ ਜਿਹੜੇ ਹੈਗੇ ਉਹਨਾਂ 'ਤੇ ਉਹ ਡਿਲੀਟ ਹੋ ਜਾਣਗੇ। ਔਰ ਅੰਦਰ ਜਿਹੜਾ ਹੈਗਾ ਜਿਹੜੇ ਗੁਣ ਹੈਗੇ ਆ ਉਹ ਗੁਣ ਜਿਹੜੇ ਹੈਗੇ ਪ੍ਰਗਟ ਹੋ ਜਾਣਗੇ। ਸਤ ਸੰਤੋਖ ਦਇਆ ਧਰਮ ਧੀਰਜ। ਸਤਿਗੁਰੂ ਮਿਲੇ ਤਾਂ ਦੁਬਿਧਾ ਭਾਗੈ, ਕਮਲ ਵਿਗਾਸ ਮਨ ਹਰ ਪ੍ਰਭ ਲਾਗੈ। ਜੀਵਤ ਮਰੈ
ਮਹਾਰਸ ਆ ਗਏ। ਬਸ ਖੇਲ ਇੰਨੀ ਹੈ ਭਾਈ। ਮਹਾਰਾਜ ਕਹਿੰਦੇ ਮੈਂ ਚੋਗਾ ਸੁੱਟਿਆ ਹੋਇਆ ਹੈ ਮਿੱਤਰਾ, ਬਸ ਇਹ ਮੱਛੀ ਦਾ ਚੋਗਾ ਹੈਗਾ। ਜੇ ਇਸ ਚੋਗੇ ਤੋਂ ਬਚ ਗਿਆ ਤੂੰ, ਜੇ ਆਪਣੇ ਆਪ ਨੂੰ ਵਰਜਿਤ ਕਰ ਲਿਆ, ਤੇ ਫਿਰ ਤਾਂ ਭਾਈ ਮਹਾਰਸ ਅੰਮ੍ਰਿਤ ਰਸ, ਅੱਗੇ ਤੈਨੂੰ ਅੰਮ੍ਰਿਤ ਰਸ ਮਿਲਣਾ ਹੈ। ਇੱਥੇ ਜੀਵਤ ਮਰ ਜਾ, ਆਪਣੇ ਆਪ ਨੂੰ ਰੋਕ ਲਾ। ਔਰ ਜਿਹੜਾ ਸੰਕੋਚ ਦੇ ਨਾਲ ਜਿਹੜਾ ਹੈਗਾ ਇੱਥੇ ਦੁਨੀਆ ਦੇ ਵਿੱਚ ਜੋ ਇਹ ਚੋਗਾ ਹੈ, ਜੋ ਵੀ ਜਿਹੜੇ ਹੈਗੇ ਦੁਨੀਆ ਦੇ ਪਦਾਰਥ ਹੈਗੇ, ਇਹਨਾਂ ਤੇ ਪ੍ਰਾਣ ਸ਼ਕਤੀ ਜਿਹੜੀ ਹੈਗੀ ਮਿਨੀਮਮ ਯੂਜ਼ ਕਰ, ਜਿੰਨੀ ਕੁ ਤੇਰੀ ਡਿਮਾਂਡ ਹੈਗੀ ਆ, ਜਿੰਨੀ ਕੁ ਤੇਰੀ ਲੋੜ ਹੈਗੀ ਆ। ਬਾਕੀ ਜਿਹੜੀ ਹੈਗੀ ਆ ਭਗਤੀ ਦੇ ਉੱਤੇ ਲਗਾ। ਜੀਵਤ ਮਰਾਇ ਮਹਾਰਸ ਆ ਗਏ, ਸਤਿਗੁਰ ਮਿਲੈ ਸੱਚ ਸੰਜਮ ਸੂਚਾ। ਕਹਿੰਦੇ ਸਤਿਗੁਰੂ ਨੂੰ ਗਿਆਨ ਲੈਣਾ ਪਊਗਾ। ਗਿਆਨ ਨੇ ਤਾਂ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਦੱਸਣਾ ਹੈ ਭਾਈ, ਬਈ ਆਹ ਕੰਮ ਹੈ, ਇੱਥੇ ਜਿਹੜਾ ਹੈ ਲੀਕੇਜ ਹੈਗੀ ਤੇਰੀ, ਆਹ ਸੰਜਮ ਕਰ, ਇਸ ਤਰ੍ਹਾਂ ਸੁੱਚਾ ਹੋ ਸਕਦਾ ਹੈ ਤੂੰ। ਗੁਰੂ ਨੇ ਜਿਹੜਾ ਹੈਗਾ ਧਿਆਨ ਸਿਮਰਨ ਬਾਰੇ ਵੀ ਦੱਸਣਾ ਹੈ, ਨਾਲੇ ਗੁਰੂ ਨੇ ਅਵਗੁਣ ਵੀ ਦੱਸਣੇ, ਨਾਲੇ ਗੁਣ ਵੀ ਦੱਸਣੇ ਹੈ। ਸਤਿਗੁਰ ਮਿਲੈ ਸੱਚ ਸੰਜਮ ਸੂਚਾ, ਗੁਰ ਕੀ ਪੌੜੀ ਉੱਚੋ ਉੱਚਾ। ਕਹਿੰਦੇ ਗੁਰੂ ਦੀ ਪੌੜੀ ਤੇ ਜਿਹੜਾ ਚੜ੍ਹਦਾ ਹੈ ਪਿਆਰੇ, ਉੱਚਾ ਉੱਚਾ ਹੀ ਹੋਈ ਜਾਂਦਾ ਹੈ, ਉੱਪਰ ਹੀ ਉੱਪਰ ਜਾਈ ਜਾ ਰਿਹਾ। ਕਰਮ ਮਿਲੈ ਜਮ ਕਾ ਪਾਓ ਮੂਚਾ। ਬਸ ਆਇਆ ਭਾਈ ਮਾਲਕ ਦੀ ਬਖਸ਼ਿਸ਼ ਹੋ ਜਾਂਦੀ ਹੈ, ਪਰਮਾਤਮਾ ਨਾਲ ਮਿਲ ਜਾਂਦਾ ਹੈ। ਕਰਮ ਮਿਲੈ ਜਮ ਕਾ ਪਾਓ ਮੂਚਾ। ਜਮ ਦਾ ਪਾਓ ਜਿਹੜਾ ਹੈਗਾ ਮੂਚਾ ਕਹਿੰਦੇ ਮੁੱਚ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਗੁਰ ਮਿਲੈ ਮਿਲ ਅੰਕ ਸਮਾਇਆ। ਗੁਰੂ ਨੂੰ ਮਿਲਣ ਦੇ ਨਾਲ ਕੀ ਹੋਇਆ? ਗੁਰੂ ਨੂੰ ਮਿਲਣ ਦੇ ਨਾਲ ਪਰਮਾਤਮਾ ਦੇ ਨਾਲ ਮਿਲ ਗਿਆ, ਪਰਮਾਤਮਾ ਦੇ ਅੰਕ ਦੇ ਵਿੱਚ ਸਮਾ ਗਿਆ। ਗੁਰ ਮਿਲੈ ਮਿਲੇ ਅੰਕ ਸਮਾਇਆ। ਕਰ ਕਿਰਪਾ ਕਰ ਮਹਿਲ ਦਿਖਾਇਆ। ਕਿਰਪਾ ਕਰਤੀ, ਮਾਲਕ ਨੇ ਮਿਹਰ ਕਰ ਦਿੱਤੀ, ਗੁਰੂ ਨੇ ਕਿਰਪਾ ਕਰ ਦਿੱਤੀ, ਉਹ ਘਰ ਦੇ ਅੰਦਰ ਹੀ ਉਹ ਮਹਿਲ ਦਿਖਾ ਦਿੱਤਾ ਮਾਲਕ ਪਰਮਾਤਮਾ ਦਾ। ਨਾਨਕ ਹਉਮੈ ਮਾਰ ਮਿਲਾਇਆ। ਔਰ ਕਿਵੇਂ ਮਿਲ ਗਏ? ਕਹਿੰਦੇ ਹਉਮੈ ਨੂੰ ਮਾਰ ਕੇ ਮਿਲ ਗਏ। ਹਉਮੈ ਤੇ ਨਾਵੇਂ ਨਾਲ ਵਿਰੋਧ ਹੈ, ਦੋਨਾਂ ਦਾ ਤਾਂ ਹੈਗਾ ਟਾਕਰਾ ਪਾਈ। ਹਉਮੈ ਦੇ ਕਾਰਨ ਆਪਾਂ ਜਿਹੜੇ ਹੈਗੇ ਆ ਅੰਦਰ ਮਾਲਕ ਹੈਗਾ, ਹਉਮੈ ਦੀ ਕੰਧ ਹੈਗੀ ਆ। ਨਾਨਕ ਹਉਮੈ ਮਾਰ ਮਿਲਾਇਆ। ਹਉਮੈ ਦੀ ਕੰਧ ਜਿਹੜੀ ਆ ਆਪਾਂ ਨੇ ਢਾਉਣੀ ਹੈ ਭਾਈ, ਮਾਲਕ ਦੀ ਮਿਹਰ ਹੋਣੀ ਹੈ, ਗੁਰੂ ਤੋਂ ਮੱਤ ਲੈਣੀ ਹੈ। ਗੌੜੀ ਮਹੱਲਾ ਪਹਿਲਾ। ਕਿਰਤ ਪਿਆ ਨਾ ਮੇਟੇ ਕੋਏ। ਕਹਿੰਦੇ ਦੇਖ ਲਾ ਪਿਆਰਿਆ, ਅੱਗੇ ਦੇ ਬਾਰੇ ਨਾ ਸੋਚ, ਅੱਗੇ ਦੇ ਬਾਰੇ ਨਾ ਸੋਚ। ਕੀ ਪਤਾ ਤੂੰ ਕੀ ਕਰਕੇ ਆਇਆ ਹੈ, ਔਰ ਤੈਨੂੰ ਕੀ ਅੱਗੇ ਕੀ ਹੋਣਾ ਹੈ, ਔਰ ਕੋਈ ਮਿਟਾ ਨਹੀਂ ਸਕਦਾ ਇਹਨੂੰ। ਇਸ ਤੇਰੀ ਕਿਰਤ ਨੂੰ ਨਹੀਂ ਮਿਟਾ ਸਕਦਾ। ਜਾਂ ਤਾਂ ਧਿਆਨ ਸਿਮਰਨ ਕਰਕੇ ਜਿਹੜਾ ਹੈਗਾ ਸੁਣਨ ਦੇ ਵਿੱਚ ਜਾ ਕੇ ਜਿਹੜਾ ਹੈਗਾ ਇਹਨੂੰ ਡਿਲੀਟ ਕਰ ਲਾ, ਪਰਮਾਤਮਾ ਤੋਂ ਡਿਲੀਟ ਕਰਵਾ ਲਾ। ਕਿਰਤ ਪਾਇਆ ਨਾ ਮੇਟੇ ਕੋਏ। ਨਹੀਂ ਤਾਂ ਪਿਆਰਿਆ ਇਹ ਕਿਰਤ ਜਿਹੜਾ ਹੈਗਾ ਇਹਨੂੰ ਕੋਈ ਮਿਟਾ ਨਹੀਂ ਸਕਦਾ। ਯਾਤਰਾ ਕਰ ਰਹੇ ਹਾਂ, ਯਾਤਰਾ ਦੇ ਵਿੱਚ ਤੈਨੂੰ ਰੁਕਾਵਟਾਂ ਆਉਣੀਆਂ ਆ। ਔਰ ਅੱਗੇ ਦੇ ਬਾਰੇ ਨਾ ਸੋਚ। ਕਿਰਤ ਪਿਆ ਨਾ ਮੇਟੇ ਕੋਏ, ਕਿਆ ਜਾਣਾ ਕਿਆ ਅੱਗੇ ਹੋਏ। ਨਹੀਂ ਕੁਛ ਪਤਾ ਕਿ ਹੁਣ ਇਸ ਤੋਂ ਬਾਅਦ ਕੀ ਹੋ ਜਾਣਾ ਹੈ, ਨੈਕਸਟ ਸੈਕਿੰਡ ਕੀ ਹੋ ਜਾਣਾ ਹੈ, ਕਿਹੜੇ ਪਾਸੇ ਨੂੰ ਮੈਂ ਜਿਹੜਾ ਹੈਗਾ ਮਨ ਕਿਹੜੇ ਅੰਦਰ ਕੀ ਵਿਚਾਰ ਅੰਦਰ ਆ ਜਾਣਾ ਹੈ ਮੇਰੇ ਚਿੱਤ ਦੇ ਉੱਤੇ, ਕਿਆ ਜਾਣਾ। ਕਿਉਂਕਿ ਵਿਚਾਰ ਜਿਹੜੇ ਹੈਗੇ ਚਿੱਤ ਦੇ ਉੱਤੇ ਆਉਂਦੇ, ਆਪਣਾ ਉਹਨਾਂ ਤੇ ਵੱਸ ਨਹੀਂ ਹੈਗਾ। ਵਿਚਾਰ ਭੇਜਣਾ ਜਿਹੜਾ ਹੈਗਾ ਇਹਦੀ ਜਿਹੜੀ ਹੈਗੀ ਆ ਕਾਲ ਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ। ਇਹਦੀ ਕਾਲ ਦੇ ਕੋਲ ਜ਼ਿੰਮੇਵਾਰੀ ਹੈਗੀ ਆ ਬਈ ਇਸ ਬੰਦੇ ਨੂੰ ਜਿਹੜਾ ਹੈਗਾ ਇਹਨੂੰ ਰੋਕਣਾ ਹੈਗਾ। ਕਿਆ ਜਾਣਾ ਕਿ ਆਗੇ ਹੋਏ। ਉਹਨੇ ਆਪਣਾ ਪੂਰਾ ਜ਼ੋਰ ਲਾਉਣਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਪੂਰਾ ਜ਼ੋਰ ਲਾ ਦੇਣਾ ਹੈ। ਔਰ ਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਵੱਸ ਨਹੀਂ ਆਉਂਦਾ ਇਨਸਾਨ, ਤੇ ਫਿਰ ਉਹਨੇ ਕਹਿਣਾ ਹੈ ਜਿਹੜਾ ਇਹ ਭਗਤੀ ਕਰ ਰਿਹਾ ਹੈ ਇਹਨੂੰ ਭਗਤੀ ਦੇ ਵਿਚਾਰ ਦੇ ਕੇ ਇਹਨੂੰ ਫਿਰ ਰੋਕੋ ਇਹਨੂੰ। ਕਿਰਤ ਪਿਆ ਨਹਿ ਮੇਟੇ ਕੋਏ, ਕਿਆ ਜਾਣਾ ਕਿਆ ਆਗੇ ਹੋਏ। ਜੋ ਤਿਸ ਭਾਣਾ ਸੋਈ ਹੁਆ। ਕਹਿੰਦੇ ਮਾਲਕ ਦੀ ਮਰਜ਼ੀ ਹੈ, ਮਾਲਕ ਦਾ ਖੇਡ ਹੈਗਾ, ਹੋਣਾ ਉਹੀ ਆ ਜੋ ਉਹਦਾ ਭਾਣਾ ਹੈਗਾ। ਆਵਰ ਨਾ ਕਰਨੇ ਵਾਲਾ ਦੂਆ। ਕਹਿੰਦੇ ਹੋਰ ਕੋਈ ਕਰਨ ਵਾਲਾ ਦੂਜਾ ਹੈ ਹੀ ਨਹੀਂ। ਔਰ ਆਪਾਂ ਨੂੰ ਕਾਹਦੀ ਫਿਕਰ ਹੈਗੀ? ਕਹਿੰਦੇ ਜਦ ਜਿਹਨੇ ਕਰਨਾ ਹੈਗਾ, ਜਦ ਉਹਦੇ ਨਾਲ ਹੀ ਜੁੜ ਰਹੇ ਹਾਂ ਆਪਾਂ, ਉਹਦੀ ਭਗਤੀ ਕਰ ਰਹੇ ਹਾਂ, ਤੇ ਉਹਨੂੰ ਫਿਕਰ ਹੈਗੀ, ਆਪਾਂ ਨੂੰ ਕਾਹਦੀ ਫਿਕਰ ਹੈਗੀ। ਕਿਰਤ ਪਿਆ ਨਾ ਮੇਟੇ ਕੋਏ, ਕਿਆ ਜਾਣਾ ਕਿਆ ਆਗੇ ਹੋਏ। ਜੋ ਤਿਸ ਭਾਣਾ ਸੋਈ ਹੁਆ।
ਅਵਰ ਨ ਕਰਨੇ ਵਾਲਾ ਦੂਆ, ਨਾ ਜਾਣਾ ਕਰਮ ਕੇਵੜ ਤੇਰੀ ਦਾਤ। ਮੈਂ ਨਹੀਂ ਜਾਣਦਾ ਮਾਲਕਾ ਮੇਰੇ ਕਰਮ ਕੀ ਹੈਗੇ, ਮਾਲਕਾ ਮੈਂ ਨਹੀਂ ਜਾਣਦਾ ਤੇਰੀ ਦਾਤ ਕਿੰਨੀ ਵੱਡੀ ਹੈ, ਮੈਂ ਇਹ ਵੀ ਨਹੀਂ ਜਾਣਦਾ। ਨਾ ਜਾਣਾ ਕਰਮ, ਮਾਲਕ ਨੇ ਜਿਹੜੇ ਹੈਗੇ ਇਹ ਕਰਮ ਮਾਲਕ ਨੇ ਖੇਡ ਬਣਾਈ ਹੋਈ ਹੈ। ਇਹ ਕਰਮਾਂ ਦਾ ਲੇਖਾ ਜਿਹੜਾ ਹੈਗਾ ਜੋ ਆਪਾਂ ਕਰ ਰਹੇ ਹਾਂ, ਜਾਲ ਰੁਕਾਵਟ, ਇਹ ਹਰਡਲਸ, ਇਹ ਸਾਰੀਆਂ ਮਾਲਕ ਨੇ ਵਿਛਾਈਆਂ ਹੋਈਆਂ। ਇਹ ਜੀਭ ਦੇ ਸਵਾਦ, ਇੰਦਰੀ ਦੇ ਸਵਾਦ, ਅੱਖਾਂ ਦੇ ਸਵਾਦ, ਕੰਨਾਂ ਦੇ ਸਵਾਦ, ਸਾਰੇ ਦੇ ਸਾਰੇ ਸਵਾਦ, ਇਹ ਹਰਡਲਸ ਹੈਗੀਆਂ, ਇਹ ਮਾਲਕ ਨੇ ਬਣਾਈਆਂ ਇਹ ਸਾਰੀਆਂ। ਨਾ ਜਾਣਾ ਕਰਮ ਕੇਵੜ ਤੇਰੀ ਦਾਤ, ਕਰਮ ਧਰਮ ਤੇਰੇ ਨਾਮ ਕੀ ਜਾਤ। ਰਹਾਓ, ਬਸ ਮਾਲਕਾ ਇਹ ਕਰਮ ਧਰਮ ਜਿਹੜਾ ਹੈਗਾ, ਧਰਮ ਦੇ ਕਰਮ ਜੋ ਵੀ, ਸਰਬ ਧਰਮ ਮੇਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਆ ਸ੍ਰੇਸ਼ਟ ਧਰਮ ਵੀ ਹੈਗਾ ਭਾਈ, ਤੇ ਨਾਲ ਨਾਲ ਜਿਹੜਾ ਹੈਗਾ ਨਿਰਮਲ ਕਰਮ ਵੀ ਹੈਗਾ। ਸਾਰੇ ਧਰਮਾਂ ਤੋਂ ਸ੍ਰੇਸ਼ਟ ਧਰਮ, ਸਰਬ ਧਰਮ ਮੇਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪੇ ਨਿਰਮਲ ਕਰਮ। ਕਰਮ ਧਰਮ ਤੇਰੇ ਨਾਮ ਕੀ ਜਾਤ। ਬਸ ਮਾਲਕਾ ਤੇਰੇ ਨਾਮ ਦੀ ਜਾਤ ਹੈਗੀ ਆ, ਇਹੀ ਜਾਤ ਹੈਗੀ, ਇਹੀ ਪ੍ਰਵਾਨ ਹੈ ਜਾਤ, ਬਾਕੀ ਹੋਰ ਕੋਈ ਜਾਤ ਨਹੀਂ ਪ੍ਰਵਾਨ। ਕਰਮ ਧਰਮ ਤੇਰੇ ਨਾਮ ਕੀ ਜਾਤ। ਬਸ ਇਹ ਧਰਮ ਦਾ ਕਰਮ, ਤੇਰਾ ਨਾਮ ਜਿਹੜਾ ਹੈਗਾ ਇਹੀ ਹੈਗਾ ਸਭ ਤੋਂ ਉੱਚਾ ਕਰਮ, ਇਹੀ ਧਰਮ ਹੈਗਾ, ਇਹੀ ਜਾਤ ਹੈਗੀ। ਰਹਾਓ, ਤੂੰ ਏਵੜ ਦਾਤਾ ਦੇਵਨਹਾਰ, ਤੋਟ ਨਹੀਂ ਤੁਧ ਭਗਤ ਭੰਡਾਰ। ਕਹਿੰਦੇ ਤੂੰ ਸਭ ਤੋਂ ਵੱਡਾ ਹੈਗਾ ਆ, ਤੂੰ ਦਾਤਾ, ਸਭ ਕੁਝ ਦੇਣ ਵਾਲਾ ਦਾਤਾ ਹੈਗਾ ਆ। ਔਰ ਤੇਰੇ ਕੋਲ ਮਾਲਕਾ ਭਗਤੀ ਦੇ ਭੰਡਾਰਿਆਂ ਤੇਰੇ ਕੋਲ ਕਮੀ ਥੋੜ੍ਹੀ ਨਾ ਹੈਗੀ ਆ। ਤੋਟ ਨਹੀਂ ਤੁਧ ਭਗਤ ਭੰਡਾਰ, ਤੇਰੇ ਅੰਮ੍ਰਿਤ ਰਸ ਦੀ ਕੋਈ ਕਮੀ ਥੋੜ੍ਹੀ ਨਾ ਹੈਗੀ ਆ। ਕੀਆ ਗਰਭ ਨਾ ਆਵੇ ਰਾਸ, ਜਿਉ ਪਿੰਡ ਸਭ ਤੇਰੇ ਪਾਸ। ਕਹਿੰਦੇ ਜੇ ਇਨਸਾਨ ਦੇਖ ਲਓ, ਕਹਿੰਦੇ ਇੱਥੇ ਮਿੱਤਰਾ ਦੇਖ, ਇੱਥੇ ਵਰਕਆਊਟ ਕਰ, ਜਿਹੜਾ ਆਪਣਾ ਜਿਹੜਾ ਹੈਗਾ ਅਹੰਕਾਰ ਜਿਹੜਾ ਹੈਗਾ ਇਹਨੂੰ ਕਾਬੂ 'ਚ ਕਰ ਲਾ। ਜੇ ਅਹੰਕਾਰ ਦੇ ਨਾਲ ਚੱਲੇਗਾ, ਮੈਂ ਕਰੇਗਾ, ਤੇ ਤੇਰਾ ਜਿਹੜਾ ਹੈਗਾ ਇਹ ਕੰਮ ਦੇ ਵਿੱਚ ਜਿਹੜੀ ਹੈਗੀ ਆ ਸਫਲਤਾ ਨਹੀਂ ਮਿਲਣੀ ਤੈਨੂੰ। ਕੀਆ ਗਰਭ ਨਾ ਆਵੇ ਰਾਸ, ਮਾਲਕ ਦੇ ਸਮਰਪਿਤ ਕਰ ਲਾ ਪਿਆਰਿਆ। ਦੇਖ ਸਮਰਪਿਤ ਕਰ, ਸੋਚ ਲਾ, ਵਿਚਾਰ ਲਾ ਕਿ ਤੇਰਾ ਜੀਓ ਜਿਹੜਾ ਹੈਗਾ ਔਰ ਤੇਰਾ ਪਿੰਡ ਜਿਹੜਾ ਹੈਗਾ, ਜੀਓ ਪਿੰਡ ਸਭ ਤੇਰੇ ਪਾਸ। ਕਹਿੰਦੇ ਮਾਲਕ ਦਾ ਹੀ ਤਾਂ ਦਿੱਤਾ ਹੋਇਆ ਆ, ਉਹਦੀ ਦਿੱਤੀ ਹੋਈ ਚੀਜ਼ ਤੇ ਤੂੰ ਮਾਣ ਕਰੀ ਜਾ ਰਿਹਾ, ਮੇਰਾ, ਮੈਂ ਆ ਫਲਾਨਾ ਆ, ਟਿਮਕਾ ਆ। ਕਾਹਦਾ ਆ ਤੂੰ ਯਾਰ, ਕੀ ਹੈਗਾ ਤੂੰ? ਸਾਰਾ ਕੁਛ ਤਾਂ ਮਾਲਕ ਦਾ ਹੈਗਾ ਤੇਰੇ ਕੋਲ। ਤੇਰੀ ਬੁੱਧੀ ਚਿੱਤ ਜੋ ਕੁਛ ਵੀ ਹੈਗਾ ਸਾਰਾ ਕੁਛ ਤੇਰਾ ਤਾਂ ਕੁਛ ਹੈ ਹੀ ਨਹੀਂ ਹੈ। ਕੀਆ ਗਰਭ ਨਾ ਆਵੇ ਰਾਸ, ਜਿਉ ਪਿੰਡ ਸਭ ਤੇਰੇ ਪਾਸ। ਤਾਂ ਭਗਤੀ ਮਿਲਦੀ ਹੈ। ਦੇਖ ਲਓ, ਤੂੰ ਇਹ ਵਡਦਾਤਾ ਦੇਵਨਹਾਰ, ਤੋਟ ਨਹੀਂ ਤੁਧ ਭਗਤ ਭੰਡਾਰ। ਕੀਆ ਗਰਭ ਨਾ ਆਵੇ ਰਾਸ, ਜਿਉ ਪਿੰਡ ਸਭ ਤੇਰੇ ਪਾਸ। ਤੂੰ ਮਾਰ ਜਿਵਾਲੇ ਬਖਸ਼ ਮਿਲਾਏ। ਦੇਖੋ ਮਾਲਕ ਪਰਮਾਤਮਾ ਮਾਰਨ ਦਾ ਸਮਰੱਥ ਹੈ, ਮਾਰਦਾ ਹੈ ਫਿਰ ਜੀਵਾਲ ਦਿੰਦਾ ਹੈ। ਮਾਇਆ ਵੱਲੋਂ ਵੀ ਮਾਰ ਕੇ ਜਿਹੜਾ ਹੈਗਾ ਆਤਮਿਕ ਰੂਪ 'ਚ, ਆਤਮਿਕ ਯਾਤਰਾ 'ਚ ਜੀਵਿਤ ਕਰ ਦਿੰਦਾ ਹੈ, ਬਖਸ਼ਿਸ਼ ਕਰ ਦਿੰਦਾ ਹੈ, ਮਿਲਾ ਲੈਂਦਾ ਹੈ ਆਪਣੇ ਨਾਲ। ਜੀ ਤੂੰ ਮਾਰ ਜਿਵਾਲੇ ਬਖਸ਼ ਮਿਲਾਏ, ਜਿਉਂ ਭਾਵੀ ਤਿਉਂ ਨਾਮ ਜਪਾਏ। ਕਹਿੰਦੇ ਜਿਵੇਂ ਤੈਨੂੰ ਪਾਉਂਦਾ ਹੈ ਮਾਲਕਾ, ਉਸ ਤਰੀਕੇ ਦੇ ਨਾਲ ਨਾਮ ਜਪਾਉਣਾ ਹੈ ਤੂੰ। ਮੇਰੇ ਉੱਤੇ ਵੀ ਕਿਰਪਾ ਕਰ। ਤੂੰ ਦਾਨਾ ਬੀਨਾ ਸਾਚਾ ਸਿਰ ਮੇਰਾ ਹੈ। ਦਾਨਾ ਕਹਿੰਦੇ ਆ ਸਭ ਕੁਛ ਜਾਣਨ ਵਾਲਾ, ਸਭ ਤੋਂ ਬੁੱਧੀਮਾਨ, ਸਭ ਤੋਂ ਸੂਝਵਾਨ। ਬੀਨਾ ਕਹਿੰਦੇ ਆ ਸਾਰਾ ਕੁਛ ਜਿਹੜਾ ਦੇਖਣ ਵਾਲਾ, ਜਿਹਦੀ ਨਜ਼ਰ 'ਚੋਂ ਕੁਛ ਛੁਪਿਆ ਹੀ ਨਾ ਹੋਏ। ਤੂੰ ਦਾਨਾ ਬੀਨਾ, ਦੂਰਬੀਨ ਕਹਿੰਦੇ ਆ, ਦੂਰ ਦੀ ਦੇਖਣ ਵਾਲੀ। ਤੂੰ ਦਾਨਾ ਬੀਨਾ, ਇਹ ਐਕਚੁਅਲੀ ਉਰਦੂ ਦਾ ਵਰਡ ਹੈ। ਬੀਨਾ ਦਾ ਮਤਲਬ ਹੁੰਦਾ ਅੱਖਾਂ ਵਾਲਾ। ਤੂੰ ਦਾਨਾ ਬੀਨਾ ਸਾਚਾ ਸਿਰ ਮੇਰਾ ਹੈ। ਤੂੰ ਸੱਚ ਹੈਗਾ ਆ, ਹਮੇਸ਼ਾ ਰਹਿਣ ਵਾਲਾ ਹੈਗਾ ਆ, ਔਰ ਮੇਰੇ ਸਿਰ ਤੇ ਹੈਗਾ। ਮੈਂ ਤੇਰਾ ਆਸਰਾ ਲਿਆ ਆ ਮਾਲਕਾ। ਤੂੰ ਮਾਰ ਜਿਵਾਲੇ ਬਖਸ਼ ਮਿਲਾਏ, ਜਿਉਂ ਭਾਵੀ ਤਿਉਂ ਨਾਮ ਜਪਾਏ। ਤੂੰ ਦਾਨਾ ਬੀਨਾ ਸਾਚਾ ਸਿਰ ਮੇਰਾ, ਗੁਰਮਤ ਦੇ ਭਰੋਸੇ ਤੇਰਾ। ਮਾਲਕਾ ਮੇਰੇ ਉੱਤੇ ਮਿਹਰ ਕਰ, ਤੇਰੇ ਉੱਤੇ ਭਰੋਸਾ ਹੈਗਾ ਮੈਨੂੰ ਬਸ ਗੁਰੂ ਦੀ ਮੱਤ ਦੇ ਦੇ।
ਬਸ ਮੈਨੂੰ ਸਹੀ ਡਾਇਰੈਕਸ਼ਨ ਦੇ ਮਾਲਕਾ, ਮੈਂ ਸਹੀ ਜਿਹੜੀ ਹੈਗੀ ਆ ਉਹ ਸਹੀ ਕੰਮ ਕਰ ਸਕਾਂ। ਬਸ ਗੁਰੂ ਜਿਵੇਂ ਕਹਿ ਰਿਹਾ ਆ ਉਸ ਤਰੀਕੇ ਦੇ ਨਾਲ ਮੈਂ ਗੁਰੂ ਦੀ ਮੱਤ ਤੇ ਤੁਰਾਂ। ਤਨ ਮੈਂ ਮੈਲ ਨਾ ਹੀ ਮਨ ਰਾਤਾ। ਆਇਆ ਮੇਰੀ ਕੰਡੀਸ਼ਨ ਹੈਗੀ, ਹਰੇਕ ਦੀ ਕੰਡੀਸ਼ਨ ਹੈਗੀ। ਤਨ ਦੇ ਵਿੱਚ ਮੈਲ ਹੈਗੀ ਆ, ਮਨ ਦੇ ਵਿੱਚ ਮੈਲ ਹੈਗੀ ਆ। ਮਨ ਰਤਿਆ ਨਹੀਂ ਹੈਗਾ ਪਰਮੇਸ਼ਰ ਦੇ ਵਿੱਚ। ਗੁਰ ਬਚਨੀ ਸੱਚ ਸ਼ਬਦ ਦੇ ਪਛਾਤਾ। ਗੁਰੂ ਦੇ ਬਚਨਾਂ ਦੇ ਨਾਲ, ਸੱਚੇ ਸ਼ਬਦ ਦੇ ਦੁਆਰਾ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਜਾਣਦਾ ਹੈ, ਔਰ ਮਾਲਕ ਪਰਮਾਤਮਾ ਦੇ ਨਾਲ ਉਹਦੀ ਜਿਹੜੀ ਹੈ ਜਾਣ ਪਛਾਣ ਹੁੰਦੀ ਹੈ। ਗੁਰਬਚਨੀ ਸੱਚ ਸ਼ਬਦ ਦੇ ਪਛਾਤਾ। ਮਾਲਕ ਪਰਮਾਤਮਾ ਕਿਵੇਂ? ਮਾਲਕ ਪਰਮਾਤਮਾ ਦੇ ਨਾਲ ਜਿਹੜਾ ਹੈਗਾ, ਜਿਹੜਾ ਦਿਸਦਾ ਨਹੀਂ ਹੈ, ਰੂਪ ਨਾ ਰੇਖ ਨਾ ਰੰਗ ਕਿਸ ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੇ ਪੁਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਉਹ ਮਾਲਕ ਪਰਮਾਤਮਾ ਦੇ ਨਾਲ ਗੁਰੂ ਦੇ ਬਚਨਾਂ ਦੇ ਦੁਆਰਾ ਉਸ ਸੱਚ ਨੂੰ ਸ਼ਬਦ ਦੇ ਦੁਆਰਾ ਪਛਾਣਦਾ ਹੈ। ਸ਼ਬਦ ਅੰਦਰ ਪ੍ਰਗਟ ਕਰਨਾ ਪੈਂਦਾ ਹੈ, ਸ਼ਬਦ ਅੱਖਰਾਂ ਦੇ ਵਿੱਚ ਨਹੀਂ ਹੈਗਾ। ਤੇਰਾ ਤਾਣ ਨਾਮ ਕੀ ਵਡਿਆਈ। ਤੇਰਾ ਹੀ ਆਸਰਾ ਹੈਗਾ ਮਾਲਕਾ, ਤੇਰਾ ਹੀ ਤਾਣ ਹੈਗਾ ਮੈਨੂੰ। ਤੇਰੇ ਨਾਮ ਦੀ ਵਡਿਆਈ ਹੈਗੀ ਆ। ਨਾਨਕ ਰਹਿਣਾ ਭਗਤ ਸਰਨਾਈ। ਬਸ ਮਾਲਕਾ ਇਹ ਭਗਤੀ ਹੈਗੀ ਆ, ਇਹ ਭਗਤੀ ਮਿਲੇ ਮਾਲਕਾ। ਭਗਤੀ ਦੀ ਸ਼ਰਨ ਦੇ ਵਿੱਚ ਰਵਾਂ, ਤੇਰੇ ਨਾਮ ਦੀ ਵਡਿਆਈ ਮਿਲੇ ਮੈਨੂੰ, ਇਹ ਭਗਤੀ ਮਿਲਦੀ ਰਹੇ। ਬਸ ਆਹੀ ਹੈਗੀ ਭਾਈ। ਗੁਰੂ ਦੀ ਮੱਤ ਮਿਲੇ ਤੇ ਮੈਲ ਮੈਂ ਲਾ ਲਾਂ, ਮੇਰੀ ਮੈਲ ਲੈ ਜਾਏ, ਮਨ ਮੇਰਾ ਰਤਿਆ ਜਾਏ। ਤਨ ਮੈਂ ਮੈਲ ਨਾ ਹੀ ਮਨ ਰਾਤਾ। ਕਹਿੰਦੇ ਮਨ ਨਹੀਂ ਰਤਿਆ। ਗੁਰਬਚਨੀ ਸੱਚ ਸ਼ਬਦ ਪਛਾਤਾ। ਗੁਰੂ ਨੂੰ ਮਿਲਾ, ਗੁਰੂ ਦੇ ਬਚਨਾਂ ਦੇ ਦੁਆਰਾ, ਸੱਚੇ ਸ਼ਬਦ ਦੇ ਦੁਆਰਾ ਤੈਨੂੰ ਮੈਂ ਪਛਾਣ ਲਵਾਂ। ਆਪਣੀ ਮੈਲ ਦਾ ਪਤਾ ਲੱਗੇ ਮੈਨੂੰ। ਉਹ ਮੈਲ ਜਿਹੜੀ ਹੈਗੀ ਨਾਮ ਅਭਿਆਸ, ਸ਼ਬਦ ਅਭਿਆਸ ਦੇ ਦੁਆਰਾ, ਇਹ ਜਿਹੜਾ ਹੈਗਾ ਵਿਚਾਰਾਂ ਦੀ ਮੈਲ ਹੈਗੀ ਆ, ਔਰ ਵਿਚਾਰ ਜਿਹੜੇ ਹੈਗੇ ਆ ਇਸ ਤਰੀਕੇ ਦੇ ਨਾਲ ਬੰਦ ਹੋਣੇ ਆ ਭਾਈ। ਤੇਰਾ ਤਾਣ ਨਾਮ ਕੀ ਵਡਿਆਈ। ਤੇਰਾ ਤਾਣ ਆ ਮੇਰੇ ਕੋਲ, ਤੇਰੀ ਤਾਕਤ ਹੈਗੀ, ਨਾਮ ਦੀ ਵਡਿਆਈ ਆ। ਨਾਨਕ ਰਹਿਣਾ ਭਗਤ ਸਰਨਾਈ। ਔਰ ਭਗਤ ਕਹਿੰਦੇ ਭਗਤੀ, ਨਾਨਕ ਰਹਿਣਾ ਭਗਤੀ ਦੀ ਸ਼ਰਨ ਆ ਭਾਈ। ਭਗਤੀ ਹੈਗੀ ਤੇ ਸ਼ਰਨ ਆ ਮਾਲਕ ਪਰਮਾਤਮਾ ਦੀ। ਗੌੜੀ ਮਹੱਲਾ ਪਹਿਲਾ। ਜਿਨੇ ਅਕਥ ਕਹਾਇਆ ਆਪਿਓ ਪਿਆਇਆ, ਅਨ ਪੈ ਵਿਸਰੇ ਨਾਮੇ ਸਮਾਇਆ। ਜਿਨੇ ਅਕਥ ਕਹਾਇਆ। ਕਿਨੇ ਅਕਥ ਕਹਾਇਆ? ਅਕਥ ਕੌਣ ਆ? ਜਿਹੜਾ ਨਹੀਂ ਕਥਿਆ ਜਾਂਦਾ ਉਹ ਹੈਗਾ ਪਰਮਾਤਮਾ। ਔਰ ਕਿਨੇ ਕਹਾਇਆ ਅਕਥ? ਅਕਥ ਨੂੰ ਕਹਾਉਣ ਵਾਲਾ ਕੌਣ ਹੈ? ਜਿਹੜਾ ਅਕਥ ਨੂੰ ਜਾਣਦਾ ਹੈ ਉਹ ਅਕਥ ਨੂੰ ਕਹਾਊਗਾ। ਉਹ ਗੁਰੂ ਹੈਗਾ ਪਾਏ। ਆਪਣ ਪੂਰਾ ਗੁਰੂ, ਪੂਰੇ ਗੁਰੂ ਦੇ ਦੁਆਰਾ ਅੰਦਰ ਸ਼ਬਦ ਪ੍ਰਗਟ ਹੋਣਾ ਹੈ। ਸ਼ਬਦ ਦੇ ਦੁਆਰਾ ਅਕਥ ਨੂੰ ਕਥਿਆ ਜਾਣਾ ਹੈ। ਅਕਥ ਨੂੰ ਕਥਨਾ ਕੀ ਹੈ? ਜਿਹਦੇ ਬਾਰੇ ਨਹੀਂ, ਜਿਹੜਾ ਅੱਖਰਾਂ 'ਚ ਨਹੀਂ ਹੈਗਾ। ਉਹ ਨਾਮ ਵੀ ਅੱਖਰਾਂ 'ਚ ਨਹੀਂ ਹੈ, ਉਹ ਪਰਮਾਤਮਾ ਵੀ ਅੱਖਰਾਂ 'ਚ ਨਹੀਂ ਹੈਗਾ। ਜਿਨੇ ਅਕਥ ਕਹਾਇਆ ਆਪਿਓ ਪਿਆਇਆ। ਹੁਣ ਜਿਨੇ ਲਿਖਿਆ ਇੱਥੇ, ਔਰ ਸ਼ਬਦ ਜਿਹੜਾ ਹੈਗਾ ਰਹਾਉ ਦੀ ਪੰਕਤੀ ਦੇ ਵਿੱਚ ਖੁੱਲ੍ਹੇਗਾ ਵੀ ਕਿਨੇ ਕਹਾਇਆ। ਰਹਾਉ ਦੀ ਪੰਕਤੀ 'ਚ ਆਉਂਦਾ ਹੈ, ਕਿਆ ਡਰੀਏ ਡਰ ਡਰੇ ਸਮਾਨਾ, ਪੂਰੇ ਗੁਰ ਕੇ ਸ਼ਬਦੇ ਪਛਾਨਾ ਰਹਾਓ। ਆਹ ਦੇਖ ਲਓ, ਇਹਨੇ ਅਕਥ ਕਹਾਇਆ, ਪੂਰੇ ਗੁਰੂ ਨੇ ਸ਼ਬਦ ਦੇ ਦੁਆਰਾ ਪਛਾਣਿਆ ਗਿਆ, ਅਕਥ ਕਹਾਇਆ ਗਿਆ। ਜਿਨੇ ਅਕਥ ਕਹਾਇਆ ਆਪਿਓ ਪਿਆਇਆ। ਅਕਥ ਕਹਾ ਲਿਆ ਤੇ ਫਿਰ ਅੰਮ੍ਰਿਤ ਆਉਣਾ ਹੀ ਲਾਜ਼ਮੀ ਹੈਗਾ। ਆਪਿਓ ਅੰਮ੍ਰਿਤ ਪਿਆਇਆ। ਅਨ ਪੈ ਵਿਸਰੈ ਨਾਮੇ ਸਮਾਇਆ। ਬਾਕੀ ਮਾਇਆ ਦੇ ਸਾਰੇ ਡਰ ਵਿਸਰ ਗਏ, ਨਾਮ ਦੇ ਵਿੱਚ ਸਮਾ ਗਿਆ। ਕਿਆ ਡਰੀਏ ਡਰ ਡਰੇ ਸਮਾਨਾ। ਕਹਿੰਦੇ ਕਾਹਦਾ ਡਰਨਾ ਹੈ ਭਾਈ? ਡਰ ਤਾਂ ਡਰ ਦੇ ਵਿੱਚ ਸਮਾ ਗਿਆ। ਹੁਣ ਮਾਲਕ ਦੇ ਡਰ ਦੇ ਵਿੱਚ ਮਾਇਆ ਦਾ ਡਰ ਸਮਾ ਗਿਆ। ਮਾਇਆ ਤਾਂ ਮਾਲਕ ਨੇ ਪੈਦਾ ਕੀਤੀ ਹੋਈ ਹੈ। ਇਹ ਜਨਮ ਮਰਨ ਮਾਲਕ ਨੇ ਪੈਦਾ ਕੀਤੇ, ਧਰਮਰਾਜ ਮਾਲਕ ਨੇ ਬਿਠਾਇਆ ਹੈ। ਕਾਹਦਾ ਡਰਿਆ? ਕਿਆ ਡਰੀਏ ਡਰ ਡਰੇ ਸਮਾਨਾ, ਪੂਰੇ ਗੁਰ ਕੇ ਸ਼ਬਦੇ ਪਛਾਨਾ। ਪੂਰੇ ਗੁਰੂ ਦੇ ਸ਼ਬਦ ਦੇ ਨਾਲ ਪਛਾਣਿਆ ਭਾਈ। ਰਹਾਓ। ਜਿਸ ਨਰ ਰਾਮ ਹਿਰਦੈ ਹਰ ਰਾਸ। ਜਿਹੜੇ ਇਨਸਾਨ ਦੇ ਹਿਰਦੇ ਦੇ ਵਿੱਚ ਮਾਲਕ ਪਰਮਾਤਮਾ ਹੈਗਾ, ਜਿਹਦੀ ਸੁਰਤ, ਜਿਹੜਾ ਸਮਰਨ ਹੈਗਾ, ਜਿਹਦੇ ਅੰਦਰ ਮਾਲਕ ਨੂੰ ਯਾਦ ਹੈਗੀ, ਮਾਲਕ ਦੀ ਧਿਆਨ ਹੈਗਾ ਮਾਲਕ ਦਾ,
ਜਿਸ ਨਰ ਰਾਮ ਹਿਰਦੈ ਹਰ ਰਾਸ, ਉਹਦੇ ਕੋਲ ਪਰਮੇਸ਼ਰ ਦੇ ਨਾਮ ਦੀ ਰਾਸ ਹੈਗੀ। ਸਹਿਜ ਸੁਭਾਏ ਮਿਲੇ ਸ਼ਾਬਾਸ਼, ਸਹਿਜ ਸੁਭਾਏ ਉਹਨੇ ਮਾਲਕ ਨੂੰ ਮਿਲਣਾ ਹੈ ਔਰ ਸ਼ਾਬਾਸ਼ੀ ਮਿਲ ਜਾਣੀ ਹੈ ਉਹਦੇ ਕੋਲ ਮਾਲਕ ਤੋਂ। ਕਰਮਖੰਡ ਦੇ ਵਿੱਚ ਐਕਸੈਸ ਹੋ ਜਾਣੀ ਹੈ ਉਹਦੀ। ਕਰਮਖੰਡ ਕੀ ਬਾਣੀ ਜੋਰ ਤਿਤੇ ਹੋਰ ਨਾ ਕੋਈ ਹੋਰ, ਤਿਤੇ ਜੋਧ ਮਹਾਬਲ ਸੂਰ, ਤਿਨ में राम ਰਿਹਾ ਭਰਪੂਰ। ਆ ਦੇਖ ਲਓ ਭਾਈ, ਜਿਸ ਨੇ ਰਾਮ ਹਿਰਦੈ ਹਰ ਰਾਸ, ਸਹਿਜ ਸੁਭਾਏ ਮਿਲੇ ਸ਼ਾਬਾਸ਼। ਆ ਇੱਕ ਰਸਤਾ ਹੈਗਾ ਭਾਈ, ਗੁਰੂ ਵਾਲਾ ਰਸਤਾ, ਧਿਆਨ ਸਿਮਰਨ ਵਾਲਾ ਰਸਤਾ, ਭਗਤੀ ਮਾਰਗ, ਪ੍ਰੇਮਾ ਭਗਤੀ, ਜਿਹਦੇ ਵਿੱਚ ਸਾਰੇ ਭੈ ਵਿਸਰ ਜਾਂਦੇ ਆ, ਅਕਥ ਨੂੰ ਕਥਾਇਆ ਜਾਂਦਾ ਹੈ, ਅੰਮ੍ਰਿਤ ਪਿਆਇਆ ਜਾਂਦਾ ਹੈ। ਇੱਕ ਹੁਣ ਦੂਸਰਾ ਰਸਤਾ ਹੈਗਾ, ਜਾਹੇ ਸਵਾਰੈ ਸਾਂਝ ਬਿਆਲ, ਹਿਤ ਉਤ ਮਨਮੁਖ ਬਾਂਧੇ ਕਾਲ। ਕਹਿੰਦੇ ਦੇਖ ਲਓ, ਜਾਹੇ ਸਵਾਰੇ ਸਾਂਝ ਬਿਆਲ, ਜਿਹਨੂੰ ਮਾਲਕ ਪਰਮਾਤਮਾ ਜਿਹੜਾ ਹੈਗਾ ਸਵਾਰ ਦਿੰਦਾ ਹੈ, ਉਹ ਸ਼ਾਮ ਸਾਂਝ ਤੇ ਬਿਆਲ ਕਹਿੰਦੇ ਆ ਸਵੇਰਾ, ਉਹ ਜਿਹੜਾ ਹੈਗਾ ਜਾਹੇ ਸਵਾਰੇ ਸਾਂਝ ਬਿਆਲ, ਉਹ ਜਿਹੜਾ ਹੈ ਪਰਮੇਸ਼ਰ ਦੇ ਧਿਆਨ ਸਿਮਰਨ ਦੇ ਵਿੱਚ ਜੁੜ ਜਾਂਦਾ ਹੈ। ਔਰ ਦੂਸਰੇ ਜਿਹੜੇ ਹੈਗੇ ਇਹਦੇ ਇਸ ਤਰ੍ਹਾਂ ਹੁੰਦੇ, ਜਾਹੇ ਸਵਾਰੇ ਸਾਂਝ ਬਿਆਲ, ਜਿਹਨੂੰ ਸਵਾਲ ਦਿੱਤਾ ਮਾਲਕ ਪਰਮਾਤਮਾ ਨੇ, ਸਵਾਰੇ ਦਾ ਇਹ ਸਵਾਰੇ ਦੇ ਇੱਕ ਸਵਾਰਨਾ ਜਿਹੜਾ ਹੈ, ਇੱਕ ਸਵਾਲਨਾ, ਇੱਕ ਸੌਣ ਨੂੰ ਵੀ ਕਹਿੰਦੇ ਆ। ਜਾਹੇ ਸਵਾਰੇ, ਜਿਹਨੂੰ ਸਵਾਲ ਨੀਂਦ ਦੇ ਵਿੱਚ ਪਾ ਦੇਣਾ ਹੈ। ਸਾਂਝ ਬਿਆਲ, ਸਾਂਝ ਕਹਿੰਦੇ ਸ਼ਾਮ ਤੇ ਸਵੇਰੇ, ਕਹਿੰਦੇ ਜਿਹੜੇ ਸੁੱਤੇ ਹੀ ਰਹਿ ਜਾਂਦੇ ਆ। ਤੇ ਉਹ ਕੀ ਹੁੰਦਾ, ਇਤ ਉਤ ਮਨਮੁਖ ਬਾਂਧੇ ਕਾਲ, ਕਹਿੰਦੇ ਉਹ ਮਨਮੁਖ ਹੈਗੇ ਭਾਈ, ਉਹ ਤਾਂ ਕਾਲ ਨੇ ਬੰਨਿਆ ਹੋਇਆ ਉਹਨਾਂ ਨੂੰ। ਇਤ ਉਤ ਮਨਮੁਖ ਬਾਂਧੇ ਕਾਲ, ਮਨ ਦੇ ਪਿੱਛੇ ਚੱਲਣ ਵਾਲੇ ਆ ਉਹ, ਉਹਨਾਂ ਨੂੰ ਵਿਚਾਰਾਂ ਦੇ ਨਾਲ ਮਨ ਉਹਨਾਂ ਦਾ ਜਿਹੜਾ ਹੈਗਾ ਪੂਰਾ ਦਾ ਪੂਰਾ ਜਿਹੜਾ ਹੈਗਾ ਇਸ ਤਰ੍ਹਾਂ ਬੰਨਿਆ ਪਿਆ ਹੈ। ਕਾਲ ਨੇ ਬੰਨਿਆ ਹੈ, ਕਾਲ ਨੇ ਆਪਣੇ ਉਹਨਾਂ ਨੂੰ ਜਿਹੜਾ ਹੈਗਾ ਆਪਣੇ ਅਧੀਨ ਕੀਤਾ ਹੋਇਆ, ਆਪਣੇ ਕਾਬੂ 'ਚ ਕੀਤਾ ਹੋਇਆ, ਆਪਣੀ ਕੈਦ 'ਚ ਕੀਤਾ ਹੋਇਆ। ਅਹਨਿਸ ਰਾਮ ਹਿਰਦੈ ਸੇ ਪੂਰੇ, ਜਿਨ੍ਹਾਂ ਦੇ ਰਾਤ ਦਿਨ ਜਿਨ੍ਹਾਂ ਦੇ ਪਰਮੇਸ਼ਰ ਹਿਰਦੇ 'ਚ ਵਸਦਾ ਹੈ, ਉਹ ਪੂਰੇ ਹੈਗੇ ਭਾਈ। ਨਾਨਕ ਰਾਮ ਮਿਲੇ ਭ੍ਰਮ ਦੂਰੇ। ਔਰ ਇਸ ਤਰ੍ਹਾਂ ਜਿਹੜੇ ਪਰਮੇਸ਼ਰ ਨੂੰ ਮਿਲਦੇ ਆ ਭਗਤੀ ਦੇ ਨਾਲ, ਕਹਿੰਦੇ ਉਹਨਾਂ ਦੀ ਮਾਇਆ ਦਾ ਭਰਮ, ਜਿਹੜਾ ਮਾਲਕ ਨੇ ਭਰਮ ਪਾਇਆ ਹੋਇਆ, ਜਿਹੜਾ ਹਨੇਰਾ ਹੈਗਾ, ਉਹ ਦੂਰ ਹੋ ਜਾਂਦਾ ਹੈ ਭਾਈ। ਗੌੜੀ ਮਹੱਲਾ ਪਹਿਲਾ। ਜਨਮ ਮਰੈ ਤ੍ਰੈ ਗੁਣ ਹਿਤਕਾਰ, ਚਾਰੇ ਵੇਦ ਕਥੇ ਆਕਾਰ। ਜਨਮ ਮਰੈ, ਕਹਿੰਦੇ ਜਨਮ ਲੈ ਕੇ, ਜਨਮ ਲਿਆ, ਮਨੁੱਖੀ ਜੂਨ ਮਿਲ ਗਈ, ਤੇ ਮਨੁੱਖੀ ਜੂਨ ਮਿਲ ਕੇ ਜਿਹੜਾ ਹੈਗਾ ਫਿਰ ਮਰ ਗਿਆ ਇਨਸਾਨ। ਤ੍ਰੈ ਗੁਣ ਹਿਤਕਾਰ, ਕਿਵੇਂ ਮਰ ਗਿਆ, ਕਹਿੰਦੇ ਉਹਦਾ ਹਿੱਤ ਜਿਹੜਾ ਹੈਗਾ, ਉਹਦਾ ਜਿਹੜਾ ਹੈਗਾ, ਉਹਦੀ ਖਿੱਚ ਜਿਹੜੀ ਹੈਗੀ ਆ, ਇਹ ਤਮੋ ਰਜੋ ਸਤੋ, ਜੋ ਦਿਸ ਰਿਹਾ ਹੈਗਾ, ਜੋ ਆਕਾਰ ਜੋ ਦਿਸ ਰਿਹਾ, ਜੋ ਪਦਾਰਥ ਜੋ ਚੋਗਾ ਦਿਸ ਰਿਹਾ ਆ, ਉਹਦੇ ਨਾਲ ਉਹਦੀ ਹਿੱਤ ਹੈਗਾ। ਇਸ ਕਰਕੇ ਜਨਮ ਲੈ ਕੇ ਮਰ ਗਿਆ। ਜਨਮੇ ਮਰੈ ਤ੍ਰੈ ਗੁਣ ਹਿਤਕਾਰ, ਚਾਰੇ ਵੇਦ ਕਥੇ ਆਕਾਰ। ਚਾਰੋਂ ਵੇਦ ਜਿਹੜੇ ਹੈਗੇ ਆਕਾਰ ਦੇ ਬਾਰੇ, ਪਦਾਰਥਾਂ ਦੇ ਬਾਰੇ ਗਿਆਨ ਦਿੰਦੇ ਆ। ਚਾਰੇ ਵੇਦ ਕਥੇ ਆਕਾਰ, ਬਈ ਮਾਲਕ ਪਰਮਾਤਮਾ ਜਿਹੜਾ ਹੈਗਾ, ਇਹ ਆਕਾਰ ਦੇ ਵਿੱਚ ਵੀ ਇਹ ਜਿਹੜੀ ਸ੍ਰਿਸ਼ਟੀ ਹੈਗੀ ਆ, ਇਹ ਕੁਦਰਤ ਜਿਹੜੀ ਹੈਗੀ ਆ, ਇਹ ਪ੍ਰਕਿਰਤੀ ਜਿਹੜੀ ਹੈਗੀ ਆ, ਇਹ ਮਾਲਕ ਪਰਮਾਤਮਾ ਦੀ ਖੇਡ ਹੈਗੀ ਆ। तीन अवस्था कहें वख्यान, ਇਹ ਤਿੰਨ ਅਵਸਥਾ ਹੈਗੀਆਂ ਭਾਈ। ਇਹੀ ਜਿਹੜੀ ਹੈਗੀ ਤਮੋ ਰਜੋ ਸਤੋ, तीन अवस्था कहें वख्यान। ਔਰ ਇਸ ਤੋਂ ਜੇ ਉੱਪਰ ਉੱਠਣਾ ਹੈਗਾ ਭਾਈ, ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਨ। ਤੁਰਿਆ ਅਵਸਥਾ ਕੀ ਹੈਗੀ, ਸਤਿਗੁਰੂ ਤੋਂ ਗਿਆਨ ਲੈ ਕੇ ਪਰਮੇਸ਼ਰ ਨੂੰ ਜਾਣ ਲਾ। ਜਿਹੜਾ ਕੰਟਰੋਲਰ ਹੈਗਾ, ਜਿਹੜੇ ਤਿੰਨਾਂ ਗੁਣਾਂ ਦੇ ਵਿੱਚ, ਜਿਹੜਾ ਧਰਤ ਪਤਾਲ ਆਕਾਸ਼ ਹਰੇਕ ਦੇ ਵਿੱਚ, ਅੱਜ ਸਾਰੀ ਦੀ ਸਾਰੀ ਮਾਇਆ, ਇਹ ਪੰਜਾਂ ਤੱਤਾਂ ਦੀ ਰਚਨਾ ਜਿਹੜੀ ਹੈ, ਜਿਹਦੇ ਆਸਰੇ ਤੇ ਚੱਲ ਰਹੀ ਆ, ਜਿਹਦੇ ਆਸਰੇ ਤੇ ਗਤੀ ਹੋ ਰਹੀ ਆ,
ਜਿਹਦੇ ਆਸਰੇ ਤੇ ਸਾਰੀ ਸ੍ਰਿਸ਼ਟੀ ਲਿੰਕਡ ਹੈਗੀ ਆ। ਕਹਿੰਦੇ ਉਸ ਨੂੰ ਜਾਣਨਾ ਹੈਗਾ, ਉਸ ਸ਼ਕਤੀ ਨੂੰ ਜਿਹੜਾ ਪਿੱਛੇ ਜੋ ਹੈਗਾ ਇਸ ਦਿਸਦੇ ਸੰਸਾਰ ਦੇ ਪਿੱਛੇ ਜਿਹੜਾ ਹੈਗਾ, ਕੁਦਰਤ ਦੇ ਪਿੱਛੇ ਜਿਹੜਾ ਹੈਗਾ, ਪ੍ਰਕਿਰਤੀ ਦੇ ਪਿੱਛੇ ਜਿਹੜਾ ਮਾਲਕ ਪਰਮਾਤਮਾ ਹੈਗਾ, ਉਸ ਨੂੰ ਜਾਣਨਾ ਹੈਗਾ। ਤੇ ਭਾਈ ਤੁਰੀ ਅਵਸਥਾ ਹੈਗੀ, ਸਤਿਗੁਰੂ ਤੋਂ ਜਾਣ ਸਕਦਾ ਹੈ। ਭਾਈ ਤੁਰੀ ਅਵਸਥਾ 3 ਗੁਣਾ ਤੋਂ ਉੱਪਰਲੀ ਅਵਸਥਾ ਹੈਗੀ, ਉੱਥੇ ਤੱਕ ਜਿਹੜਾ ਹੈਗਾ ਸਤਿਗੁਰੂ ਤੋਂ ਉਸ 'ਚ ਪਹੁੰਚ ਸਕਦਾ ਹੈ। ਤੁਰੀ ਅਵਸਥਾ ਪਹੁੰਚੇਗਾ, ਪਰਮੇਸ਼ਰ ਨੂੰ ਜਾਣ ਲਏਗਾ। ਤੁਰੀ ਅਵਸਥਾ ਸਤਿਗੁਰ ਤੇ ਹਰ ਜਾਣ। ਰਾਮ ਭਗਤ ਗੁਰ ਸੇਵਾ ਤਰਨਾ, ਇਹੀ ਕਹਿੰਦੇ ਰਾਮ ਦੀ ਭਗਤੀ ਹੈ ਪਿਆਰਿਆ, ਧਿਆਨ ਸਿਮਰਨ, ਸਤਿਗੁਰੂ ਦੀ ਮੱਤ ਲੈ ਕੇ ਉਹਦੇ ਅਨੁਸਾਰ ਚੱਲਣਾ, ਇਹੀ ਗੁਰੂ ਦੀ ਸੇਵਾ ਆ। ਔਰ ਇਸੇ ਦੇ ਨਾਲ ਤਰਨਾ ਹੈਗਾ ਭਾਈ, ਇਹੀ ਤਰਨਾ ਹੈਗਾ, ਇਹੀ ਬੋਟ ਹੈਗੀ ਆ, ਇਹੀ ਜਹਾਜ਼ ਹੈਗਾ। ਰਾਮ ਭਗਤ ਗੁਰ ਸੇਵਾ ਤਰਨਾ, ਬਹੁੜ ਜਨਮ ਨਾ ਹੋਏ ਹੈ ਮਰਨਾ। ਦੇਖ ਲਾ, ਬਸ ਜੇ ਪਰਮੇਸ਼ਰ ਦੀ ਭਗਤੀ ਗੁਰੂ ਦੇ ਅਨੁਸਾਰ ਆ ਸੇਵਾ ਸ਼ੁਰੂ ਕਰਤੀ ਤੋਂ ਤੁਰੀ ਅਵਸਥਾ 'ਚ ਪਹੁੰਚ ਗਿਆ ਤੇ ਪਿਆਰਿਆ ਦੁਬਾਰਾ ਫਿਰ ਜਨਮ ਮਰਨ ਦਾ ਗੇੜਾ ਨਹੀਂ ਹੋਏਗਾ। ਬਹੁੜ ਜਨਮ ਨਾ ਹੋਏ ਹੈ ਮਰਨਾ, ਜਨਮ ਲੈ ਕੇ ਫਿਰ ਮਰਨਾ ਨਹੀਂ ਹੋਏਗਾ। ਰਹਾਓ 4 ਪਦਾਰਥ ਕਹੇ ਸਭ ਕੋਈ, ਸਾਰੇ ਜਿਹੜੇ ਹੈਗੇ 4 ਪਦਾਰਥਾਂ ਦੀ ਗੱਲ ਕਰਦੇ ਆ, ਧਰਮ ਅਰਥ ਕਾਮ ਮੋਖ। 4 ਪਦਾਰਥ ਕਹੇ ਸਭ ਕੋਈ, ਸਿਮਰਤ ਸ਼ਾਸਤ ਪੰਡਤ ਮੁਖੇ ਸੋਈ। ਸਾਰੇ ਸਿਮਰਤੀਆਂ ਤੇ ਸ਼ਾਸਤਰ ਤੇ ਪੰਡਤ ਜਿਹੜੇ ਗਿਆਨੀ, ਉਹਨਾਂ ਦੇ ਮੁਖ ਦੇ ਵਿੱਚ ਇਹ 4 ਪਦਾਰਥ ਹੁੰਦੇ ਆ। ਬਿਨ ਗੁਰ ਅਰਥ ਵਿਚਾਰ ਨਾ ਪਾਇਆ, ਕਹਿੰਦੇ ਗੁਰੂ ਤੋਂ ਬਗੈਰ ਕਹਿੰਦੇ ਅਸਲੀ ਗਿਆਨ ਨਹੀਂ ਮਿਲਦਾ ਭਾਈ। ਬਿਨ ਗੁਰ ਅਰਥ ਵਿਚਾਰ ਨਾ ਪਾਇਆ, ਕੀ ਵਿਚਾਰ? ਮੁਕਤ ਪਦਾਰਥ ਭਗਤ ਹਰ ਪਾਇਆ। ਆਇਆ ਭਾਈ, ਜੇ ਮੁਕਤ ਹੋਣਾ ਚਾਹੁੰਦਾ ਹੈ ਸੰਸਾਰ ਤੋਂ, ਤ੍ਰਿਗੁਣੀ ਮਾਇਆ ਤੋਂ, ਕਹਿੰਦੇ ਭਾਈ ਜਨਮ ਮਰਨ ਦੇ ਗੇੜ ਚੋਂ, ਤੇ ਭਗਤੀ ਦੇ ਦੁਆਰਾ ਜਿਹੜਾ ਹੈਗਾ ਮੁਕਤ ਪਦਾਰਥ ਭਗਤ ਹਰ ਪਾਇਆ। ਪਰਮੇਸ਼ਰ ਦੀ ਭਗਤੀ ਦੇ ਦੁਆਰਾ ਜਿਹੜਾ ਹੈਗਾ ਇਸ ਸੰਸਾਰ ਦੀ ਖੇਡ ਚੋਂ ਮੁਕਤ ਹੋ ਸਕਦਾ ਹੈ। ਜਾਂ ਕੇ ਹਿਰਦੇ ਵਸਿਆ ਹਰ ਸੋਈ। ਹੁਣ ਜਿਹੜਾ ਹੈਗਾ ਜਾਂ ਕੇ ਹਿਰਦੇ ਵਸਿਆ ਹਰ ਸੋਈ, ਜਿਹਦੇ ਹਿਰਦੇ ਚੋਂ ਮਾਲਕ ਪਰਮਾਤਮਾ ਵਸ ਗਿਆ। ਕਿਵੇਂ ਵਸ ਗਿਆ? ਗੁਰਮੁਖੇ ਭਗਤ ਪ੍ਰਾਪਤ ਹੋਈ। ਕਹਿੰਦੇ ਜੇ ਮਾਲਕ ਪਰਮਾਤਮਾ ਹਿਰਦੇ 'ਚ ਵਸ ਗਿਆ ਤੇ ਸਮਝ ਲਓ ਉਹਨੂੰ ਗੁਰੂ ਦੇ ਕੋਲੋਂ ਉਹਨੇ ਭਗਤੀ ਪ੍ਰਾਪਤ ਕਰ ਲਈ ਹੈ ਭਾਈ। ਆ ਭਗਤੀ ਦੀ ਨਿਸ਼ਾਨੀ। ਇਨਸਾਨ ਜਿਹੜਾ ਹੈਗਾ ਪਰਮੇਸ਼ਰ ਦੇ ਵੱਲ, ਭਗਤੀ ਜਿਹੜੀ ਹੈ ਕੀ ਚੀਜ਼ ਹੈ? ਭਗਤੀ ਹੈਗੀ ਵੀ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੇ ਵੱਲ ਖਿੱਚ। ਜਾਂ ਕੇ ਹਿਰਦੇ ਵਸਿਆ ਹਰ ਸੋਈ, ਗੁਰਮੁਖੇ ਭਗਤ ਪ੍ਰਾਪਤ ਹੋਈ। ਹਰ ਕੀ ਭਗਤ ਮੁਕਤ ਆਨੰਦ। ਕਹਿੰਦੇ ਇਹੀ ਪਰਮੇਸ਼ਰ ਦੀ ਭਗਤੀ, ਇਹੀ ਮੁਕਤੀ ਹੈ ਭਾਈ, ਇਹੀ ਖੁਸ਼ੀ ਖੇੜਾ ਹੈਗੀ ਹੈ, ਇਹੀ ਅੰਮ੍ਰਿਤ ਰਸ ਹੈਗਾ, ਸਾਰਾ ਕੁਛ ਇਹਦੇ ਵਿੱਚ ਹੀ ਹੈਗਾ। ਹਰ ਕੀ ਭਗਤ ਮੁਕਤ ਆਨੰਦ, ਗੁਰਮਤਿ ਪਾਏ ਪਰਮਾਨੰਦ। ਕਹਿੰਦੇ ਗੁਰੂ ਦੀ ਮੱਤ ਦੇ ਦੁਆਰਾ ਜਿਹੜੀ ਹੈ ਭਗਤੀ ਮਿਲਦੀ ਹੈ ਔਰ ਪਰਮ ਆਨੰਦ ਉਹ ਮਾਲਕ ਪਰਮਾਤਮਾ ਮਿਲ ਜਾਂਦਾ ਹੈ ਭਾਈ। ਜਿਨ ਪਾਇਆ ਗੁਰ ਦੇਖ ਦਿਖਾਇਆ, ਜਿਸ ਨੇ ਵੀ ਪਾਇਆ ਆ ਗੁਰੂ ਤੋਂ ਹੀ ਜਿਹੜਾ ਹੈਗਾ, ਗੁਰੂ ਤੋਂ ਹੀ ਗਾਈਡੈਂਸ ਲੈ ਕੇ ਜਿਹੜਾ ਹੈਗਾ, ਗੁਰੂ ਨੇ ਹੀ ਇਹ ਜਿਹੜਾ ਹੈਗਾ ਇਹ ਦਿਖਾ ਦਿੱਤਾ ਹੈ ਰਸਤਾ। ਜਿਨੇ ਪਾਇਆ ਗੁਰ ਦੇਖ ਦਿਖਾਇਆ, ਆਸਾ ਮਾਹੇ ਨਿਰਾਸ ਬੁਝਾਇਆ। ਦੇਖ ਲਓ ਆਸਾਵਾਂ ਦੇ ਵਿੱਚ, ਮਾਇਆ ਦੇ ਵਿੱਚ ਇਹ ਕਿੰਨੀਆਂ ਆਸਾਵਾਂ ਹੈਗੀਆਂ, ਕਿੰਨੇ ਪਦਾਰਥਾਂ ਦੇ ਨਾਲ ਕਿੱਧਰ ਮਨ ਜੁੜਿਆ ਆਪਣਾ। ਇਹਦੇ ਵਿੱਚ ਹੀ ਕਹਿੰਦੇ ਨਿਰਾਸ਼ ਜਿਹੜਾ ਹੈ ਕਿਵੇਂ ਰਹਿਣਾ ਆ। ਆਸਾ ਦੇ ਵਿੱਚ, ਮਾਇਆ ਦੇ ਵਿੱਚ, ਸੰਸਾਰ ਦੇ ਵਿੱਚ ਜਿਹੜਾ ਹੈਗਾ, ਘਰ ਗ੍ਰਸਤੀ ਦੇ ਵਿੱਚ, ਇਹਦੇ ਵਿੱਚ ਹੀ ਰਹਿ ਕੇ ਇਸ ਤੋਂ ਕਿਵੇਂ ਕਮਲ ਵਾਂਗੂ ਨਿਰਲੇਪ ਰਹਿਣਾ ਹੈ, ਉਹ ਚੀਜ਼ ਗੁਰੂ ਨੇ ਬੁਝਾ ਦਿੱਤੀ। ਆਸਾ ਮਾਹੇ ਨਿਰਾਸ਼ ਬੁਝਾਇਆ, ਦੀਨਾਨਾਥ ਸਰਬ ਸੁਖ ਦਾਤਾ। ਉਹ ਮਾਲਕ ਪਰਮਾਤਮਾ ਦੀਨਾਂ ਦਾ ਨਾਥ ਹੈਗਾ ਭਾਈ, ਔਰ ਸਾਰੇ ਸੁੱਖਾਂ ਦਾ ਦਾਤਾ ਹੈ। ਆਪਾਂ ਦੀਨ ਬਣੀਏ। ਨਾਨਕ ਹਰ ਚਰਣੀ ਮਨ ਰਾਤਾ। ਇਸ ਤਰੀਕੇ ਦੇ ਨਾਲ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਜਿਹੜਾ ਹੈਗਾ ਮਨ ਰਤਿਆ ਜਾਂਦਾ ਹੈ। ਗੌੜੀ ਚੇਤੀ ਮਹਲਾ ਪਹਿਲਾ। ਇਹ ਜੀ 12 ਸ਼ਬਦ ਹੋ ਗਏ। ਇਸ ਤੋਂ ਅੱਗੇ ਜਿਹੜਾ ਹੈਗਾ ਨਵਾਂ ਟਾਪਿਕ 13ਵਾਂ ਸ਼ਬਦ, ਉੱਥੇ ਫਿਰ ਪਹਿਲਾ ਨੰਬਰ ਪਾਇਆ ਮਹਾਰਾਜ ਨੇ। ਗੌੜੀ ਚੇਤੀ ਮਹਲਾ ਪਹਿਲਾ। ਅੰਮ੍ਰਿਤ ਕਾਇਆ ਰਹੇ ਸੁਖਾਲੀ,
ਬਾਜੀ ਇਹ ਸੰਸਾਰੋ। ਹੁਣ ਦੇਖੋ ਅੰਮ੍ਰਿਤ ਵਰਡ ਲਿਖਿਆ ਇੱਥੇ, ਅਤੇ ਆਪਾਂ ਨੇ ਫੱਟ ਅੰਮ੍ਰਿਤ ਸਮਝ ਲੈਣਾ ਵੀ ਅੰਮ੍ਰਿਤ ਦੀ ਗੱਲ ਕਰ ਰਹੇ ਮਹਾਰਾਜ। ਨਾ, ਤੱਤੇ ਨੂੰ ਔਂਕੜ ਨਹੀਂ ਹੈ। ਅੰਮ੍ਰਿਤ ਕਾਇਆ ਰਹੇ ਸੁਖਾਲੀ। ਕਹਿੰਦੇ ਜਿੰਨਾ ਚੋਗਾ ਪਾਇਆ ਹੋਇਆ ਨਾ ਸਾਰਾ ਮਿੱਠਾ ਮਿੱਠਾ ਅੰਮ੍ਰਿਤ ਜਿਹੜਾ ਹੈਗਾ, ਇਹ ਸਾਰਾ ਚੋਗਾ ਇਹਦੇ ਨਾਲ ਜਿਹੜਾ ਹੈਗਾ ਕਾਇਆ ਜਿਹੜੀ ਹੈ ਸਰੀਰ ਜਿਹੜਾ ਹੈਗਾ, ਆਪਾਂ ਸਰੀਰ ਨੂੰ ਫੀਡ ਕਰੀ ਜਾ ਰਹੇ ਹਾਂ ਸਾਰੇ ਸਵਾਦ ਸਾਰੇ ਅੰਮ੍ਰਿਤ ਰਸ। ਅੰਮ੍ਰਿਤ ਕਾਇਆ ਰਹੇ ਸੁਖਾਲੀ। ਬੜਾ ਸੁੱਖ ਮਾਣਦਾ ਸਰੀਰ। ਨਹੀਂ ਪਤਾ ਹੁੰਦਾ ਇਹਨੂੰ ਕਿ ਜਿਹੜਾ ਹੈਗਾ ਇਹ ਸਰੀਰ ਜਿਹੜਾ ਹੈਗਾ ਇਹ ਜਿਹੜਾ ਹੈਗਾ ਇਹਨੇ ਅੰਮ੍ਰਿਤ ਰਸ ਜਿਹੜੇ ਹੈਗੇ ਇਹ ਸਵਾਦ ਜਿਹੜੇ ਹੈਗੇ ਆ, ਇਹ ਸਰੀਰ ਨੇ ਜਿਹੜਾ ਹੈਗਾ ਇਹਦੇ ਅੰਦਰੋਂ ਜਿਹੜਾ ਹੈਗਾ ਤਾਕਤ ਖਤਮ ਹੋ ਜਾਣੀ ਹੈ। ਸਵਾਦ ਮਾਨਣ ਦਾ ਇਹਦੇ ਰਸ ਵੀ ਚਲੇ ਜਾਣੇ ਆ। ਅੰਮ੍ਰਿਤ ਕਾਇਆ ਰਹੇ ਸੁਖਾਲੀ। ਬਾਜੀ ਇਹ ਸੰਸਾਰੋ। ਨਹੀਂ ਪਤਾ ਲੱਗਦਾ ਭਈ ਇਹੀ ਤਾਂ ਖੇਡ ਪਾਈ ਹੋਈ ਹੈ ਮਾਲਕ ਪਰਮਾਤਮਾ ਨੇ। ਆਹੀ ਤਾਂ ਬਾਜੀ ਹੈਗੀ ਆ ਵੀ ਅੰਮ੍ਰਿਤ ਇਹ ਜਿਹੜਾ ਹੈਗੇ ਸਵਾਦਾਂ ਦੇ ਵਿੱਚ ਜਿਹੜਾ ਹੈਗਾ ਸਰੀਰ ਨੂੰ ਫੀਡ ਕਰੀ ਜਾਏ ਔਰ ਜਿਹੜਾ ਮਨੁੱਖੀ ਜੂਨ ਗਾਇਬ ਹੋ ਜਾਏ। ਇਹੀ ਤਾਂ ਕਾਲ ਚਾਹੁੰਦਾ ਹੈ। ਅੰਮ੍ਰਿਤ ਕਾਇਆ ਰਹੇ ਸੁਖਾਲੀ। ਬਾਜੀ ਇਹ ਸੰਸਾਰ ਹੋਏ। ਸੰਸਾਰ ਆਹੀ ਤਾਂ ਸੰਸਾਰ ਹੈਗਾ, ਇਹੀ ਤਾਂ ਬਾਜੀ ਪਾਈ ਹੋਈ ਹੈ। ਅੰਮ੍ਰਿਤ ਕਾਇਆ ਰਹੇ ਸੁਖਾਲੀ। ਬਾਜੀ ਇਹ ਸੰਸਾਰੋ। ਲੱਭ ਲੋਭ ਮੁੱਚ ਕੂੜ ਕਮਾਵੇਂ ਬਹੁਤ ਉਠਾਵੇਂ ਭਾਰੋ। ਮੁੱਚ ਦਾ ਮਤਲਬ ਹੈ ਜ਼ਿਆਦਾ, ਮੂੰਹ ਮਤਲਬ ਮੂੰਦ ਦੇਣਾ, ਬੰਦ ਕਰ ਦੇਣਾ। ਮੁੱਚ ਦਾ ਮਤਲਬ ਹੈ ਜ਼ਿਆਦਾ। ਕਹਿੰਦਾ ਇੰਨਾ ਲਾਲਚ ਖਾਣ ਦਾ, ਲੋਭ ਲਾਲਚ ਪਦਾਰਥਾਂ ਦਾ, ਇੰਨੀ ਕੂੜ ਦੀ ਕਮਾਈ ਇਹੀ ਕਰੀ ਜਾ ਰਿਹਾ ਇਨਸਾਨ। ਲੱਭ ਲੋਭ ਮੁੱਚ ਕੂੜ ਕਮਾਵੇਂ ਬਹੁਤ ਉਠਾਵੇਂ ਭਾਰੋ। ਕਿੰਨਾ ਜਿਹੜਾ ਕਰਮਾਂ ਦਾ ਭਾਰ ਉਠਾ ਦਿੰਦਾ। ਹੁੱਕ ਐਂਡ ਕਰੁੱਕ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਇਹਨੇ ਜਿਹੜਾ ਹੈਗਾ ਠੱਗੀ ਮਾਰ ਕੇ ਜਿਹੜਾ ਹੈਗਾ ਲੁੱਟ ਮਾਰ ਕਰਕੇ ਦੂਸਰੇ ਦਾ ਖੋਹ ਕੇ ਲੈਣਾ ਹੈ। ਲੱਭ ਲੋਗ ਮੁੱਚ ਕੂੜ ਕਮਾਵੇਂ ਬਹੁਤ ਉਠਾਵੇਂ ਭਾਰੋ। ਤੂੰ ਕਾਇਆ ਮੈਂ ਰੁਲਦੀ ਦੇਖੀ ਜੋ ਤਾਰੇ ਉੱਪਰ ਛਾਰੋ। ਹੇ ਮੇਰੇ ਸਰੀਰ, ਹੇ ਮੇਰੇ ਮਨਾ, ਦੇਖ ਲਾ ਜਿਹੜੇ ਸਰੀਰ ਨੂੰ ਫੀਡ ਕਰੀ ਜਾ ਰਿਹਾ ਆ, ਇਹ ਤਾਂ ਜਿਹੜਾ ਹੈਗਾ ਰੁਲਦੀਆਂ। ਮੈਂ ਤਾਂ ਦੇਖੇ ਸਾਰਿਆਂ ਦੇ ਸਰੀਰ ਜਿਹੜੇ ਐਵੇਂ ਹੀ ਰੁਲ ਕੇ ਚਲੇ ਜਾਂਦੇ ਆ। ਸਰੀਰ ਤਾਂ ਇੱਥੇ ਦੇ ਇੱਥੇ ਰਹਿ ਜਾਂਦੇ ਆ। ਜਿਵੇਂ ਧਰਤੀ ਦੇ ਉੱਤੇ ਮਿੱਟੀ ਹੈਗੀ ਆ, ਮਿੱਟੀ ਦੇ ਵਿੱਚ ਮਿੱਟੀ ਮਿਲ ਜਾਂਦੀ ਆ। ਆਹੀ ਥੋੜ੍ਹੀ ਨਾ ਹੈਗਾ ਜੀਵਨ ਜਿਹੜਾ ਹੈਗਾ। ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਤਾਰੇ ਉੱਪਰ ਛਾਰੋ। ਆਪਾਂ ਕੀ ਕਰ ਰਹੇ? ਲੱਭ ਲੋਭ ਮੁੱਚ ਕੂੜ ਕਮਾਵੇਂ ਬਹੁਤ ਉਠਾਵੇਂ ਭਾਰੋ। ਬਸ ਆਹੀ ਹੈ ਲਾਲਚ ਖਾਣ ਦਾ, ਪਦਾਰਥਾਂ ਦਾ, ਭੋਗਣ ਦਾ। ਕਿੰਨਾ ਕੂੜਿਆ ਮੁੱਚ ਕੂੜ ਕਮਾਵੇਂ। ਇਹੀ ਕਮਾਈ, ਇਹਦੀ ਕਮਾਈ ਕਰੀ ਜਾ ਰਹੇ ਆ। ਇਹੀ ਕਮਾਈ ਕੀ ਆ? ਇਹ ਸੰਸਕਾਰ ਬਣੀ ਜਾ ਰਿਹਾ, ਲੇਖਾ ਹੋ ਰਿਹਾ, ਭਾਰ ਹੋ ਰਿਹਾ ਹੈ, ਕਰਮਾਂ ਦਾ ਭਾਰ। ਔਰ ਇਹ ਬਾਜੀ ਪਤਾ ਨਹੀਂ ਲੱਗਦੀ। ਅੰਮ੍ਰਿਤ ਕਾਇਆ ਰਹੇ ਸੁਖਾਲੀ। ਬਾਜੀ ਇਹ ਸੰਸਾਰੋ। ਇਹ ਤਾਂ ਬਾਜੀ ਹੈਗੀ ਆ, ਖੇਡ ਹੈਗੀ ਆ। ਇਹ ਤਾਂ ਜਿੱਤਣੀ ਸੀਗੀ ਆਪਾਂ ਨੇ, ਆਪਾਂ ਤਾਂ ਹਾਰ ਰਹੇ ਹਾਂ ਇਸ ਤਰੀਕੇ ਦੇ ਨਾਲ। ਸੁਣ ਸੁਣ ਸਿੱਖ ਹਮਾਰੀ, ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀੜੇ, ਬਹੁੜ ਨਾ ਆਵੇ ਵਾਰੀ ਰਹਾਓ। ਇਹ ਮੇਰੇ ਮਨਾ ਸਿੱਖਿਆ ਲੈ ਲਾ, ਸਿੱਖਿਆ ਲੈ ਲਾ। ਦੇਖੋ ਕਿਵੇਂ ਗੁਰੂ ਦਾ ਗਿਆਨ ਜਿਹੜਾ ਹੈਗਾ, ਪਹਿਲੀ ਪਾਤਸ਼ਾਹੀ ਜਿਹੜੀ ਹੈਗੀ ਆਪਣੇ ਮਨ ਨੂੰ ਐਡਰੈਸ ਕਰਕੇ ਆਪਾਂ ਨੂੰ ਸਿੱਖਿਆ ਦੇ ਰਹੀ ਹੈ। ਸੁਣ ਸੁਣ ਸਿੱਖ ਹਮਾਰੀ, ਸੁਣ ਲਾ ਪਿਆਰਿਆ, ਸੁਣ ਲਾ। ਇਹ ਮੇਰੇ ਮਨਾ ਸੁਣ ਲਾ, ਆ ਸਿੱਖਿਆ ਲੈ ਲਾ। ਸੁਕ੍ਰਿਤ ਕੀਤਾ ਰਹਿਸੀ ਮੇਰੇ ਜਿਹੜੇ, ਬਹੁੜ ਨਾ ਆਵੇ ਬਾਰੀ ਰਹਾਓ। ਦੇਖ ਲਾ ਪਿਆਰਿਆ, ਚੰਗਾ ਕੰਮ ਕਰੇਗਾ ਜਿਹੜਾ ਧਿਆਨ ਸਿਮਰਨ ਵਾਲਾ ਕੰਮ, ਆ ਸੁਕ੍ਰਿਤ ਕਰੇਗਾ ਤੇ ਤੇਰੇ ਨਾਲ ਜਾਊਗਾ ਪਿਆਰਿਆ। ਇਹ ਨਾਲ ਜਾਣਾ। ਬਾਕੀ ਜੋ ਕੁਛ ਵੀ ਜੋ ਕਰ ਰਿਹਾ ਹੈ ਪਿਆਰਿਆ, ਉਹ ਤਾਂ ਇੱਥੇ ਤੇ ਇੱਥੇ ਰਹਿ ਜਾਣਾ ਹੈ। ਸਰੀਰ ਜਿਹਨੂੰ ਫੀਡ ਕਰੀ ਜਾ ਰਿਹਾ ਹੈ, ਤੂੰ ਆਪਣੇ ਆਪ ਨੂੰ ਸਰੀਰ ਸਮਝਿਆ ਹੋਇਆ ਹੈ, ਸਰੀਰ ਤੇਰਾ ਇੱਥੇ ਰਹਿ ਜਾਣਾ ਹੈ। ਸਾਰੇ ਪਦਾਰਥ, ਘਰ ਗ੍ਰਸਤੀ, ਬੈਂਕ ਬੈਲੈਂਸ, ਤੇਰੀ ਜੋ ਵੀ ਹੋਰ ਜਿਹੜਾ ਤੇਰਾ ਜਿੰਨਾ ਵੀ ਦੁਨੀਆ ਦੇ ਵਿੱਚ ਨਾਮਣਾ ਹੈਗਾ, ਸਾਰਾ ਦਾ ਸਾਰਾ ਇੱਥੇ ਰਹਿ ਜਾਣਾ ਪਿਆਰਿਆ। ਸੁਣ ਸੁਣ ਸਿੱਖ ਹਮਾਰੀ। ਆਪਾਂ ਚਲੇ ਗਏ ਤੇ ਆਪਣਾ ਨਾਮ ਕੀ ਕਰਨਾ ਹੈ? ਕੀ ਕਰਨਾ ਹੈ? ਆਪਾਂ ਕੀ ਸੀਗੇ ਤੇ ਕੀ ਨਹੀਂ ਸੀਗੇ। ਸੁਣ ਸੁਣ ਸਿੱਖ ਹਮਾਰੀ, ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀੜੇ, ਬਹੁੜ ਨਾ ਆਵੇ ਬਾਰੀ ਰਹਾਓ। ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀੜੇ, ਹੇ ਮੇਰੇ ਜੀ, ਹੇ ਮੇਰੇ ਮਨ, ਸੁਣ ਲਾ ਸਿੱਖਿਆ ਲੈ ਲਾ। ਸੁਣ ਸੁਣ ਸਿੱਖ ਹਮਾਰੀ, ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀੜੇ, ਬਹੁੜ ਨਾ ਆਵੇ ਬਾਰੀ ਰਹਾਓ। ਹੁਣ ਤੁਦੀ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ।
ਦੇਖ ਲਓ ਸਰੀਰ ਦੇ ਬਾਰੇ, ਸਰੀਰ ਨੂੰ ਫੀਡ ਕਰੀ ਜਾ ਰਹੇ। ਆਪਾਂ ਸਿਰਫ ਜਿਹੜਾ ਹੈਗਾ ਆਪਣੇ ਸਰੀਰ ਦਾ ਨਾਲ ਸਮਝ, ਦੂਸਰੇ ਨੇ ਕੁਛ ਕਹਿਤਾ, ਦੂਸਰੇ ਨੇ ਕਿਹਾ, ਆਪਾਂ ਨੂੰ ਸਰੀਰ ਨੂੰ ਕਿਹਾ, ਉਹਨੇ ਆਪਾਂ ਨੂੰ ਸਰੀਰ ਮੰਨਿਆ ਹੋਇਆ, ਆਪਾਂ ਵੀ ਉਹਦੇ ਸਰੀਰ ਦੇ ਨਾਲ ਹੀ ਝਗੜਾ ਕਰਦੇ ਹਾਂ। ਕਿਉਂਕਿ ਆਤਮਾ ਤਾਂ ਸੇਮ ਆ, ਆਤਮਾ ਤਾਂ ਉਹਦੀ ਤੇ ਆਪਣੇ ਅੰਦਰ ਸਾਰਿਆਂ ਦੀ ਆਤਮਾ ਇੱਕੋ ਹੀ ਹੈਗੀ, ਸਰੀਰ ਵੱਖ-ਵੱਖ ਹੈਗੇ। ਹਾਂ ਤੁਧੇ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ। ਕਹਿੰਦੇ ਸਰੀਰ ਦੇਖ ਲਾ ਪਿਆਰਿਆ, ਦੇਖ ਲਾ, ਇਹ ਮੇਰੇ ਮਨਾ ਸਰੀਰ ਦੇ ਨਾਲ ਜੁੜਿਆ ਪਿਆ ਹੈ, ਸਿੱਖਿਆ ਲੈ ਲਾ। ਨਿੰਦਾ ਚਿੰਦਾ ਕਰੇ ਪਰਾਈ, ਝੂਠੀ ਲਾਇਤ ਬਾਰੀ। ਕਹਿੰਦੇ ਨਿੰਦਾ ਚਿੰਦਾ ਹੀ ਕਰੀ ਜਾ ਰਹੇ ਆ, ਇਹਦੇ ਵਿੱਚ ਹੀ ਜਿਹੜਾ ਹੈਗਾ ਪਰਾਈ ਜਿਹੜੀ ਹੈ, ਝੂਠ ਜਿਹੜਾ ਲਾਇਤ ਬਾਰੀ ਕਹਿੰਦੇ ਆ, ਜਿਹੜੀ ਚੁਗਲੀ, ਇਸੇ ਵਿੱਚ ਹੀ ਤੇਰਾ ਜਿਹੜਾ ਹੈਗਾ ਸਮਾਂ, ਇਸੇ ਵਿੱਚ ਹੀ ਜੀਵਨ ਗੁਜ਼ਾਰੀ ਜਾ ਰਿਹਾ ਆ। ਨਿੰਦਾ ਚਿੰਦਾ ਕਰੇ ਪਰਾਈ, ਝੂਠੀ ਲਾਇਤ ਬਾਰੀ। ਵੇਲ ਪਰਾਈ ਜੋਹੇ ਜੀੜੇ, ਕਰੇ ਚੋਰੀ ਬੁਰਿਆਰੀ। ਦੇਖ ਮੇਰੇ ਮਨਾ ਕੀ ਕਰ ਰਿਹਾ ਆ, ਵੇਲ ਪਰਾਈ, ਪਰਾਇਆ ਰੂਪ, ਪਰਾਇਆ ਤਨ, ਪਰਾਇਆ ਧਨ, ਆਹੀ ਤੂੰ ਦੇਖਦਾ ਰਹਿਣਾ ਹੈ, ਚੋਰੀ ਦੇਖਦਾ ਰਹਿਣਾ ਹੈ, ਬੁਰਿਆਈ ਕਰੀ ਜਾਣਾ ਹੈ। ਵੇਲ ਪਰਾਈ ਜੋਹੇ ਜੀੜੇ, ਕਰੇ ਚੋਰੀ ਬੁਰਿਆਰੀ। ਵਿਸ਼ੇ ਵਿਕਾਰਾਂ ਦੇ ਵਿੱਚ ਇਸ ਤਰ੍ਹਾਂ ਪਿਆ ਰਹਿਣਾ ਹੈ। ਹੰਸ ਚੱਲਿਆ ਤੂੰ ਪਿੱਛੇ ਰਹੀ ਹੈ, ਛੁੱਟੜ ਹੋਈ ਹੈ ਨਾਰੀ। ਕਹਿੰਦੇ ਜਿਹੜਾ ਸਰੀਰ ਜਿਹਦੇ ਵਾਸਤੇ ਸਾਰਾ ਕੁਛ ਕਰ ਰਿਹਾ ਸੀਗਾ, ਹੰਸ ਨਿਕਲ ਗਿਆ, ਆਤਮਾ ਨਿਕਲ ਗਈ ਤੇ ਸਰੀਰ ਛੁੱਟੜ ਹੋ ਗਿਆ। ਉਹ ਸਰੀਰ ਜਿਹਨੂੰ ਤੂੰ ਆਪਣੇ ਆਪ ਨੂੰ ਸਰੀਰ ਮੰਨਿਆ ਸੀ, ਉਹ ਤਾਂ ਛੁੱਟੜ ਹੋ ਗਿਆ, ਪਿੱਛੇ ਰਹਿ ਗਿਆ। ਉਹ ਹੰਸ ਚੱਲਿਆ ਤੂੰ ਪਿੱਛੇ ਰਹੀ ਹੈ, ਛੁੱਟੜ ਹੋਈ ਹੈ ਨਾਰੀ। ਉਹ ਤਾਂ ਛੁੱਟੜ ਹੋ ਗਈ। ਜੀਵ ਇਸਤਰੀ ਜਿਹੜੀ ਜਿਹਨੇ ਮਿਲਣਾ ਸੀ ਪਰਮਾਤਮਾ ਨੂੰ। ਤੂੰ ਕਾਇਆ ਰਹੀ ਹੈ ਸੁਪਨੰਤਰ, ਤੁਧ ਕਿਆ ਕਰਮ ਕਮਾਇਆ। ਹੇ ਇਨਸਾਨ, ਤੂੰ ਤਾਂ ਆਪਣੇ ਆਪ ਨੂੰ ਸਰੀਰ ਹੀ ਸਮਝਿਆ ਸੀਗਾ, ਸੁਪਨੇ ਦੇ ਵਿੱਚ ਹੀ ਜਿਹੜਾ ਹੈਗਾ ਜੀਵਨ ਲੰਘਾ ਦਿੱਤਾ ਪੂਰਾ। ਤੂੰ ਕੀ ਕਰਮ ਕੀਤਾ ਆ, ਕੀ ਕੀਤਾ, ਕੀ ਕਮਾਈ ਕੀਤੀ, ਦੱਸ। ਹੁਣ ਇਸ ਤਰ੍ਹਾਂ ਤੇਰਾ ਅੱਜ ਮੰਨ ਲਓ ਜਿਹੜਾ ਆਪਣਾ ਜਾਣਾ ਹੈਗਾ, ਲਾਸਟ ਡੇ ਹੈਗਾ, ਦੱਸੋ ਆਪਾਂ ਨੇ ਕੀ ਕੀਤਾ ਹੈ, ਕੀ ਆਪਣੇ ਹੱਥ ਪੱਲੇ ਹੈਗਾ ਆਪਣਾ। ਤੂੰ ਕਾਇਆ ਰਹੀ ਹੈ ਸੁਪਨੰਤਰ, ਤੁਧ ਕਿਆ ਕਰਮ ਕਮਾਇਆ। ਕੀ ਕਰਮ ਕਮਾਇਆ ਤੂੰ, ਦੱਸ ਕੀ ਆ ਤੇਰੇ ਕੋਲ। ਕਰ ਚੋਰੀ ਮੈਂ ਜਾਂ ਕਿਛ ਲਿਆ, ਤਾਂ ਮਨੇ ਭਲਾ ਪਾਇਆ। ਬਸ ਆਹੀ ਠੱਗੀ ਮਾਰ ਕੇ ਜੋ ਕੁਛ ਵੀ ਲਿਆਂਦਾ ਹੈ, ਬਸ ਮਨ ਨੂੰ ਉਹੀ ਚੰਗਾ ਲੱਗਦਾ ਸੀਗਾ। ਇਹ ਤਾਂ ਦੌਲਤ, ਸਾਰਾ ਜੋ ਪਦਾਰਥ, ਇਹੀ ਸਾਰੇ ਚੰਗੇ ਲੱਗਦੇ ਸੀ। ਹਲਤ ਨਾ ਸੋਭਾ ਪਲਤ ਨਾ ਢੋਈ, ਅਹਲਾ ਜਨਮ ਗਵਾਇਆ। ਕਹਿੰਦੇ ਇੱਥੇ ਵੀ ਕੋਈ ਸੋਭਾ ਨਹੀਂ ਆ, ਅੱਗੇ ਵੀ ਪਲਤ ਜਿਹੜਾ ਹੈਗਾ, ਮਰਨ ਤੋਂ ਬਾਅਦ ਵੀ ਕੋਈ ਜਿਹੜੀ ਢੋਈ ਨਹੀਂ ਹੈ ਤੈਨੂੰ। ਇੰਨਾ ਸੋਹਣਾ, ਇੰਨਾ ਕੀਮਤੀ, ਅਹਲਾ ਕਹਿੰਦੇ ਆ, ਇੰਨਾ ਕੀਮਤੀ ਮਨੁੱਖੀ ਜੂਨ ਗਵਾ ਦਿੱਤੀ ਤੂੰ, ਖਾਲੀ ਜਿਹੜੀ ਵੇਸਟ ਕਰ ਦਿੱਤੀ। ਕੀ ਖੱਟੀ ਕੀਤੀ ਆ, ਹੁਣ ਕਿਵੇਂ ਮਿਲੂਗਾ ਤੈਨੂੰ ਜਨਮ। ਹਾਂ ਖਰੀ ਦੁਹੇਲੀ ਹੋਈ, ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ। ਇਸ ਤਰੀਕੇ ਦੇ ਨਾਲ ਭਾਈ ਜੀਵ ਇਸਤਰੀ ਜਿਹੜੀ ਹੈਗੀ ਦੁਹੇਲੀ ਹੋ ਜਾਂਦੀ ਆ, ਡੁਆਲਿਟੀ ਦੇ ਵਿੱਚ ਲੱਗ ਕੇ। ਮਹਾਰਾਜ ਕਹਿੰਦੇ ਆ ਮੇਰੀ ਕੋਈ ਗੱਲ ਨਹੀਂ ਪੁੱਛ ਰਿਹਾ, ਮੇਰੀ ਕੋਈ ਸੇ ਨਹੀਂ ਹੈਗੀ। ਹਾਂ ਖਰੀ ਦੁਹੇਲੀ ਹੋਈ, ਕਿਉਂਕਿ ਮੈਂ ਦੁਹੇਲਦੀ ਡੁਆਲਿਟੀ ਦੇ ਨਾਲ, ਮਾਇਆ ਦੇ ਨਾਲ, ਵਿਸ਼ੇ ਵਿਕਾਰਾਂ ਦੇ ਨਾਲ, ਤਿੰਨਾਂ ਗੁਣਾਂ ਦੇ ਵਿੱਚ ਹੀ ਗਤੀ ਕਰ ਰਹੀ ਹੈ। ਹਾਂ ਖਰੀ ਦੁਹੇਲੀ ਹੋਈ, ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ। ਰਹਾਓ ਇਹਦੇ ਵਿੱਚ ਹੀ ਦੇਖ ਲਓ ਜੀਵਨ ਆਪਣਾ ਗੁਜ਼ਰ ਜਾਂਦਾ ਹੈ। ਤਾਜੀ ਤੁਰਕੀ ਸੋਇਨਾ ਰੂਪਾ, ਕੱਪੜ ਕੇਰੇ ਭਾਰਾ। ਆਹ ਦੇਖ ਲਓ ਕਹਿੰਦੇ ਤਾਜੀ, ਕਹਿੰਦੇ ਆ ਤੁਰਕੀ ਘੋੜੇ ਜਿਹੜੇ ਹੈਗੇ, ਕਾਰਾਂ ਹੈ ਅੱਜ ਕੱਲ੍ਹ ਵਧੀਆ ਤੋਂ ਵਧੀਆ ਕਾਰਾਂ। ਸੋਨਾ ਰੂਪਾ ਕਹਿੰਦੇ ਚਾਂਦੀ, ਕੱਪੜ ਕੇਰੇ ਭਾਰਾ, ਕੱਪੜੇ ਵਗੈਰਾ ਜਿਹੜੇ ਹੈਗੇ ਪਦਾਰਥ, ਇਹੀ ਭਾਰ। ਕਹਿੰਦੇ ਕਿਸੇ ਨਾਲ ਨਾ ਚੱਲੇ ਨਾਨਕ, ਚੜ ਪਾਏ ਗਵਾਰਾ। ਕਿਸੇ ਦੇ ਨਾਲ ਗਏ ਆ, ਦੱਸ ਕਿਹੜਾ ਲੈ ਗਿਆ ਸੋਨਾ, ਕਿਹੜਾ ਲੈ ਗਿਆ ਚਾਂਦੀ, ਕਿਹੜਾ ਲੈ ਗਿਆ ਘੋੜੇ, ਕਿਹੜਾ ਲੈ ਗਿਆ ਕੱਪੜੇ, ਕਿਹੜੇ ਲੈ ਗਿਆ ਪਦਾਰਥ। ਕਿਸੇ ਨਾਲ ਨਾ ਚੱਲੇ, ਅੱਜ ਤੱਕ ਤਾਂ ਕਿਸੇ ਦੇ ਨਾਲ ਗਏ ਨਹੀਂ। ਚੜ ਪਏ ਗਵਾਰਾ, ਸਾਰੇ ਇੱਥੇ ਦੇ ਇੱਥੇ ਹੀ ਦੇ ਰਹੇ ਆ ਕਿ ਛੱਡ ਕੇ ਚਲੇ ਗਏ। ਹੇ ਗਵਾਰ, ਹੇ ਮੇਰੇ ਮਨਾ, ਕੂਜਾ ਮੇਵਾ ਮੈਂ ਸਭ ਕੁਝ ਚਾਖਿਆ, ਇੱਕ ਅੰਮ੍ਰਿਤ ਨਾਮ ਤੁਮਾਰਾ। ਦੁਨੀਆ ਦੇ ਸਾਰੇ ਪਦਾਰਥ ਜਿਹੜੇ ਹੈਗੇ, ਕੂਜਾ ਮਿਸ਼ਰੀ ਮੇਵਾ, ਸਾਰੇ ਜੋ ਵੀ ਮਿੱਠੇ ਪਦਾਰਥ ਮੈਂ ਚੱਕ ਕੇ ਦੇਖ ਲਏ,
ਅੰਮ੍ਰਿਤ ਨਾਮ ਦਾ ਮੁਕਾਬਲਾ ਨਹੀਂ ਕਰਦੇ। ਇੱਕ ਅੰਮ੍ਰਿਤ ਨਾਮ ਤੁਮਾਰਾ। ਇਹ ਬਾਹਰਲੇ ਸਾਰੇ ਮਾਫ ਕਰਨਾ ਜੀ, ਇਹ ਬਾਹਰਲੇ ਸਾਰੇ ਪਦਾਰਥਾਂ ਦੀ ਗੱਲ ਹੋ ਰਹੀ ਆ। ਦੇ ਨੀਂਵ ਉਸਾਰੀ ਪਸ ਮੰਦਰ ਕੀ ਢੇਰੀ। ਕਹਿੰਦੇ ਇੰਨੀ ਪੱਕੀ ਜਿਹੜੀ ਹੈਗੀ ਅੰਦਰ ਸਰੀਆ ਸੀਮੈਂਟ ਪਾ ਕੇ ਨੀਂਵ ਉੱਚਾ ਬਣਾ ਕੇ ਜਿਹੜਾ ਹੈਗਾ ਮਹਿਲ ਘਰ ਉਸਾਰੇ, ਅਤੇ ਹੈ ਜਿਹੜੀ ਆ ਪਸ ਮੰਦਰ ਕਹਿੰਦੇ ਆ। ਇਹ ਮੰਦਰ ਘਰ ਜਿਹੜੇ ਹੈਗੇ ਇਹ ਮਿੱਟੀ ਦੀ ਢੇਰੀ ਹੈ। ਸੰਚੇ ਸੰਚ ਨਾ ਦੇਈ ਕਿਸੀ ਅੰਧ ਜਾਣੇ ਸਭ ਮੇਰੀ। ਔਰ ਇੰਨਾ ਧਨ ਇਕੱਠਾ ਕੀਤਾ, ਇੰਨਾ ਸੰਚ ਲਿਆ ਸੰਚ ਕੇ ਕਿਸੇ ਨੂੰ ਵੀ ਨਹੀਂ ਦਿੰਦਾ। ਸੰਚੇ ਸੰਚ ਨਾ ਦੇਈ ਕਿਸੀ ਅੰਧ ਜਾਣੇ ਸਭ ਮੇਰੀ। ਅੰਨਾ ਹੈਗਾ ਇਨਸਾਨ, ਸਮਝਦਾ ਸਾਰਾ ਮੇਰਾ ਹੈਗਾ, ਇਹ ਘਰ ਮੇਰਾ ਹੈਗਾ, ਇਹ ਧਨ ਦੌਲਤ ਮੇਰੀ ਹੈਗੀ ਆ। ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੇ ਨਾ ਕੇਰੀ। ਮਿੱਤਰਾ ਦੱਸਦੇ ਉਹ ਰਾਵਣ ਜਿਹੜਾ ਹੈਗਾ ਜਿਹਦੀ ਸੋਨੇ ਦੀ ਲੰਕਾ ਸੀਗੀ, ਸੋਨੇ ਦਾ ਮਹਿਲ ਸੀਗਾ ਜਿਹਦਾ, ਉਹ ਸੰਪੈ ਕਿਸੇ ਦੀ ਹੈ, ਕਿੱਥੇ ਗਈ ਹੁਣ ਉਹ ਰਾਵਣ ਦੀ ਸੰਪੈ ਕਿਸੇ ਨਾ ਕੇਰੀ। ਸੁਣ ਮੂਰਖ ਮਨ ਅਜਾਣਾ ਹੋਗ ਤਿਸੇ ਕਾ ਪਾਣਾ ਰਹਾਓ। हे ਮੇਰੇ ਮੂਰਖ ਮਨਾ, हे ਮੇਰੇ ਅਣਜਾਣ ਮਨਾ, ਸੁਣ ਲਾ, ਆਹ ਸਿੱਖਿਆ ਲੈ ਲਾ ਗੁਰੂ ਦੀ। ਮਾਲਕ ਦਾ ਭਾਣਾ ਹੀ ਵਰਤਣਾ ਆ। ਹੋਗ ਤਿਸੇ ਕਾ, ਜੋ ਮਾਲਕ ਨੇ ਕਰਨਾ ਹੈ ਉਹੀ ਹੋਣਾ ਆ। ਸੁਣ ਮੂਰਖ ਮਨ ਅਜਾਣਾ ਹੋਗ ਤਿਸੇ ਕਾ ਭਾਣਾ ਰਹਾਓ। ਸ਼ਾਹ ਹਮਾਰਾ ਠਾਕੁਰ ਭਾਰਾ ਹਮ ਤਿਸਕੇ ਵਣਜਾਰੇ। ਕਹਿੰਦੇ ਉਹ ਸ਼ਾਹੂਕਾਰ ਮਾਲਕ ਪਰਮਾਤਮਾ ਸਾਰਿਆਂ ਦਾ ਮਾਲਕ ਹੈਗਾ, ਉਹੀ ਸੱਚਾ ਸ਼ਾਹ ਹੈਗਾ, ਉਹਨੇ ਹੀ ਆਪਾਂ ਨੂੰ ਭੇਜਿਆ ਹੈਗਾ। ਉਹ ਬਹੁਤ ਪਾਵਰਫੁੱਲ ਹੈਗਾ। ਸ਼ਾਹ ਹਮਾਰਾ ਸਾਰਿਆਂ ਤੋਂ ਉੱਚਾ ਹੈਗਾ, ਸਾਰਿਆਂ ਤੋਂ ਉੱਪਰ ਹੈਗਾ। ਉਸੇ ਨੇ ਸਾਰੇ ਜੀਵ ਜਿਹੜੇ ਹੈਗੇ ਦੁਨੀਆ ਦੇ ਵਿੱਚ ਵਣਜ ਕਰਨ ਵਾਸਤੇ ਭੇਜੇ ਆ। ਬਈ ਨਾਮ ਦਾ ਵਣਜ ਕਰ ਲਓ ਅਤੇ ਇਸ ਖੇਡ 'ਚੋਂ ਨਿਕਲ ਸਕਦੇ ਹੋ। ਸ਼ਾਹ ਹਮਾਰਾ ਠਾਕੁਰ ਭਾਰਾ ਹਮ ਤਿਸਕੇ ਵਣਜਾਰੇ। ਜਿਉ ਪਿੰਡ ਸਭ ਰਾਸ ਤਿਸੈ ਕੀ ਮਾਰ ਆਪੇ ਜੀਵਾਲੇ। ਔਰ ਜਿਹੜਾ ਜਿਉ ਹੈਗਾ ਆਤਮਾ ਔਰ ਜੀਵ ਅਤੇ ਸਰੀਰ ਸਾਰਾ ਉਸ ਮਾਲਕ ਪਰਮਾਤਮਾ ਦੀ ਰਾਸ਼ੀ ਹੈਗੀ। ਉਹ ਮਾਰ ਕੇ ਆਪ ਹੀ ਜਿਵਾਲਦਾ ਹੈ ਭਾਈ, ਆਪ ਹੀ ਮਾਰਦਾ ਹੈ, ਆਪ ਹੀ ਜਿਵਾਲਦਾ ਹੈ। ਸਾਰੀ ਖੇਡ ਉਸਦੀ ਹੈ। ਜਿੱਧਰ ਨੂੰ ਜੀਵ ਜਿਹੜਾ ਜਾਣਾ ਚਾਹੁੰਦਾ ਹੈ ਉੱਧਰ ਨੂੰ ਮਾਲਕ ਪਰਮਾਤਮਾ ਉੱਧਰ ਨੂੰ ਜਿਹੜਾ ਹੈਗਾ ਫੈਸਿਲਿਟੀ ਦਿੰਦਾ ਹੈ। ਇੱਕ ਹੋਰ ਲਈਏ ਸ਼ਬਦ। ਗੌੜੀ ਚੇਤੀ ਮਹੱਲਾ ਪਹਿਲਾ। ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋਂ ਘਰ ਬਾਰ ਮਨਾ। ਦੇਖ ਲਓ ਭਾਈ, ਆਪਾਂ ਇਕੱਲੇ ਹੈਗੇ ਹਾਂ, ਜੀਵ ਇਕੱਲਾ ਹੈਗਾ ਔਰ ਅਪੋਜ਼ਿਟ ਟੀਮ ਜਿਹੜੀ ਹੈਗੀ ਪੰਜ ਹੈਗੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਪੰਜ ਹੈਗੇ, ਆਪਾਂ ਇਕੱਲੇ ਹੈਗੇ ਹਾਂ। ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋਂ ਘਰ ਬਾਰ ਮਨਾ। ਕਹਿੰਦੇ ਕਿਵੇਂ ਮੈਂ ਰੱਖ ਲਵਾਂ ਆਪਣਾ, ਇਹ ਤਾਂ ਲੁੱਟਦੇ ਆ, ਇਹ ਤਾਂ ਲੁੱਟ ਕੇ ਲੈ ਜਾਂਦੇ ਆ, ਮੇਰੇ ਸਵਾਸ ਲੁੱਟ ਲੈਂਦੇ ਆ, ਇਹ ਚੰਗੇ ਗੁਣ ਲੁੱਟ ਲੈਂਦੇ ਆ, ਮੇਰੇ ਅੰਮ੍ਰਿਤ ਲੁੱਟ ਲੈਂਦੇ ਆ, ਇਹ ਅੰਮ੍ਰਿਤ ਇਹੀ ਪੀ ਜਾਂਦੇ ਆ, ਮੈਨੂੰ ਤਾਂ ਜ਼ਹਿਰ ਦੇ ਦਿੰਦੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ। ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋਂ ਘਰ ਬਾਰ ਮਨਾ। ਮਾਰੇ ਲੂਟੇ ਨੀਤ ਨੀਤ ਕਿਸੇ ਆਗੇ ਕਰੀ ਪੁਕਾਰ ਜਨਾ। ਕਹਿੰਦੇ ਮਾਰਦੇ ਆ ਲੁੱਟਦੇ ਆ ਨਿੱਤ ਨਿੱਤ। ਕਹਿੰਦੇ ਕਿਹਦੇ ਕੋਲ ਪੁਕਾਰ ਕਰਾਂ, ਕਿਹਦੇ ਕੋਲ ਪੁਕਾਰ ਕਰਾਂ, ਕਿਵੇਂ ਬਚਾਂ ਮੈਂ। ਦੇਖ ਲਓ, ਬਿਲਕੁਲ ਪ੍ਰੈਕਟੀਕਲ ਸੋਚ ਕੇ ਦੇਖ ਲਓ, ਆਹੀ ਕੁਛ ਹੋ ਰਿਹਾ ਆਪਣੇ ਨਾਲ। ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋਂ ਘਰ ਬਾਰ ਮਨਾ। ਮਹਾਰਾਜ ਜਿਹੜੇ ਪਹਿਲੀ ਪਾਤਸ਼ਾਹੀ ਜਿਹੜੀ ਹੈਗੀ ਦੇਖੋ ਗਿਆਨ ਦੇ ਰਹੇ ਆ ਔਰ ਕਿਸ ਤਰੀਕੇ ਨਾਲ ਬਚਣਾ ਹੈਗਾ, ਉਹ ਪੂਰੀ ਦੀ ਪੂਰੀ ਇਸ ਸ਼ਬਦ ਦੇ ਵਿੱਚ ਆਪਾਂ ਨੂੰ ਨੁਕਤੇ ਦੇ ਦੇਣਗੇ। ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋਂ ਘਰ ਬਾਰ ਮਨਾ। ਮਾਰੇ ਲੂਟੇ ਨੀਤ ਨੀਤ ਕਿਸੇ ਆਗੇ ਕਰੀ ਪੁਕਾਰ ਜਨਾ। ਸ੍ਰੀ ਰਾਮ ਨਾਮਾ ਉਚਰ ਮਨਾ। ਹੇ ਮੇਰੇ ਮਨਾ, ਰਾਮ ਦੇ ਅੱਗੇ ਪੁਕਾਰ ਕਰ, ਉਹਦਾ ਨਾਮ ਉਚਰ, ਉਹਦਾ ਨਾਮ ਲੈ, ਧਿਆਨ ਸਿਮਰਨ ਕਰ। ਆ ਗਏ ਜਮਦਲ ਬਿਖਮ ਘਨਾ। ਅੱਗੇ ਪਿਆਰਿਆ ਇੱਕ ਜਮ ਥੋੜੀ ਨਾ, ਦਲ ਆ, ਦਲ ਪੂਰਾ ਬ੍ਰਿਗੇਡ ਹੈਗਾ ਜਮਾਂ ਦਾ। ਘਨਾ ਬਿਖਮ ਬਹੁਤ ਹੀ ਭਿਆਨਕ
ਆਗੇ ਜਮਦਲ ਬਿਖਮ ਘਨਾ। ਦੇਖ ਲਾ, ਇੱਥੇ 4 ਦਿਨ ਦੀ ਚਾਂਦਨੀ ਹੈ, ਜਦ ਤੇਰੇ ਸਵਾਸ ਪੂਰੇ ਹੋਏ ਜਦੇ ਆ ਕੇ ਉਹਨਾਂ ਨੇ ਨੱਪ ਲੈਣਾ ਹੈ। ਰਹਾ ਉਸਾਰ ਮੜੋਲੀ ਰਾਖੇ ਦੁਆਰਾ, ਭੀਤਰ ਬੈਠੀ ਸਾਧਨਾ। ਮਾਲਕ ਪਰਮਾਤਮਾ ਨੇ ਇਹ ਸਰੀਰ, ਮਨੁੱਖਾ ਸਰੀਰ ਬਣਾ ਕੇ ਦਿੱਤਾ ਹੈ। ਇਹਦੇ ਵਿੱਚ ਜਿਹੜੇ ਹੈਗੇ ਦਰਵਾਜ਼ੇ ਹੈਗੇ, 9 ਦਰਵਾਜ਼ੇ ਪ੍ਰਗਟ ਆ, 10ਵਾਂ ਗੁਪਤ ਹੈਗਾ। ਰਾਖੇ ਦੁਆਰਾ, ਉਸਨੇ ਦਰਵਾਜ਼ੇ ਰੱਖੇ ਹੋਏ ਆ। ਉਸਾਰ ਕੇ ਭੀਤਰ ਬੈਠੀ ਸਾਧਨਾ, ਅੰਦਰ ਜਿਹੜਾ ਹੈਗਾ ਜੀਉ ਹੈਗਾ, ਭੀਤਰ ਬੈਠੀ ਸਾਧਨਾ। ਅੰਮ੍ਰਿਤ ਕੇਲ ਕਰੇ ਨਿਤ ਕਾਮਣ, ਅਵਰ ਲੁਟੇਨ ਸੋ ਪੰਚ ਜਨਾ। ਕੀ ਕਰ ਰਹੀ ਹੈ ਉਹ ਕਾਮਣ? ਉਹਨੂੰ ਹੋਸ਼ ਹੀ ਨਹੀਂ ਹੈਗੀ, ਬਸ ਉਹ ਸਵਾਦਾਂ ਦੇ ਵਿੱਚ, ਅੰਮ੍ਰਿਤ ਦੇ ਵਿੱਚ ਇਸ ਤਰੀਕੇ ਦੇ ਨਾਲ ਕਿਲਕਾਰੀਆਂ ਮਾਰ ਰਹੀ ਹੈ। ਕਦੀ ਕਾਮ ਦਾ, ਕਦੀ ਕ੍ਰੋਧ, ਲੋਭ, ਮੋਹ, ਅਹੰਕਾਰ, ਸਾਰੇ ਜਿਹੜੇ ਅੱਖਾਂ ਦਾ, ਸਾਰੀਆਂ ਇੰਦਰੀਆਂ ਦਾ ਜਿਹੜਾ ਹੈਗਾ, ਜੀਵ ਦਾ, ਸਾਰੇ ਸਵਾਦ ਭੋਗ ਰਹੀ ਹੈ। ਅੰਮ੍ਰਿਤ ਕੇਲ ਕਰੇ ਨਿਤ ਕਾਮਣ, ਨਿਤ ਅਵਰ ਲੁਟੇਨ ਸੋ ਪੰਚ ਜਨਾ। ਕਹਿੰਦੇ ਭਾਈ ਕੀ ਕਰ ਰਹੇ? ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਹੜੇ ਹੈਗੇ ਲੁੱਟੀ ਜਾ ਰਹੇ ਆ। ਉਹ ਜਿਹੜੇ ਹੈਗੇ ਬਸ ਇਸ ਤਰੀਕੇ ਦੇ ਨਾਲ ਸਵਾਦਾਂ ਦੇ ਵਿੱਚ ਪਾ ਕੇ ਜਿਹੜਾ ਹੈਗਾ, ਇਹਦੀ ਜਿਹੜੀ ਹੈਗੀ ਉਮਰ ਜਿਹੜੀ ਹੈਗੀ, ਇਹਦੇ ਸਵਾਸ ਜਿਹੜੇ ਹੈਗੇ ਆ, ਇਹਦੇ ਜਿਹੜੇ ਹੈਗੇ ਚੰਗੇ ਗੁਣ ਜਿਹੜੇ ਹੈਗੇ ਆ, ਇਹ ਲੁੱਟੀ ਜਾ ਰਹੇ ਆ, ਅੰਮ੍ਰਿਤ ਨੂੰ ਲੁੱਟੀ ਜਾ ਰਹੇ ਆ। ਬਸ ਹੁਣ ਜਿਹੜਾ ਸਮਾਂ ਪੂਰਾ ਹੋ ਗਿਆ ਤੇ ਉਸ ਤੋਂ ਬਾਅਦ ਢਾਏ ਮੜੋਲੀ ਲੂਟਿਆ ਦੇਹਰਾ, ਸਾ ਧਨ ਪਕੜੀ ਏਕ ਜਨਾ। ਬਸ ਕਹਿੰਦੇ ਆ, ਕਹਿੰਦੇ ਮੜੋਲੀ ਢਾਤੀ, ਆਤਮਾ ਨੂੰ ਫੜ ਲਿਆ, ਧਨ ਨੂੰ ਫੜ ਲਿਆ। ਇੱਕ ਕੱਲੀ ਧਨ ਫੜੀ ਗਈ। ਲੁੱਟਣ ਵਾਲੇ, ਕਾਮ ਕ੍ਰੋਧ ਲੁੱਟਣ ਵਾਲੇ ਜਿਹੜੇ ਹੈਗੇ 5 ਜਿਹੜੇ ਵੱਖ ਹੋ ਗਏ, ਔਰ ਜਿਹੜੀ ਗਿਆਨ ਇੰਦਰੀਆਂ, ਕਰਮ ਇੰਦਰੀਆਂ ਉਹ ਵੀ ਗਈਆਂ, ਜਿਨ੍ਹਾਂ ਦੇ ਥਰੂ ਜਿਹੜਾ ਹੈਗਾ ਚੱਲ ਰਿਹਾ ਸੀ ਇਹ ਸਾਰੀ ਕਾਰਵਾਈ। ਉਹ ਮੜੋਲੀ ਢਾਤੀ, ਢਾਏ ਮੜੋਲੀ ਲੂਟਿਆ ਦੇਹਰਾ, ਜਿਹੜਾ ਇਹ ਮੰਦਰ ਲੁੱਟ ਲਿਆ। ਸਾ ਧਨ ਪਕੜੀ, ਉਹ ਜੀਵ ਇਸਤਰੀ ਪਕੜੀ ਗਈ। ਇੱਕ ਕੱਲੀ ਜਨਾ ਉਹਨਾਂ ਨੇ ਫੜ ਲਈ, ਜਿਹੜੇ ਸੀਗੇ ਆਪਣੇ ਜਮਦਲ ਬਿਖਮ ਘਨਾ। ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ ਪੰਚ ਜਨਾ। ਕਹਿੰਦੇ ਭਾਈ ਜਮ ਦਾ ਡੰਡਾ ਹੁਣ ਪੈ ਗਿਆ ਸਿਰ ਦੇ ਵਿੱਚ, ਔਰ ਸੰਗਲ ਪੈ ਗਿਆ, ਲੈ ਗਏ ਹੁਣ ਫੜ ਕੇ ਜੋ ਕੀਤੇ ਕਰਮ ਹੈਗੇ ਆ। ਭਾਗ ਗਏ ਸੇ ਪੰਚ ਜਨਾ। ਕਹਿੰਦੇ ਉਹ 5 ਜਨ ਜਿਹੜੇ ਹੈਗੇ ਉਹ ਵੀ ਭੱਜ ਗਏ ਭਾਈ। 5 ਜਿਹੜੇ ਹੈਗੇ, ਜਿਹੜੀਆਂ ਗਿਆਨ ਇੰਦਰੀਆਂ ਦੇ ਥਰੂ ਜਿਹੜੇ ਹੈਗੇ ਆ, ਉਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਅਨੁਸਾਰ ਜਿਹੜੀ ਹੈਗੀ ਆ, ਇਹ ਸਾਰਾ ਦਾ ਸਾਰਾ ਅੰਮ੍ਰਿਤ ਰਸ ਚੁਗ ਰਹੀ ਸੀਗੀ, ਸਵਾਦਾਂ ਨੂੰ ਚੁਗ ਰਹੀ ਸੀ। ਉਹ ਭੱਜ ਗਏ ਸਾਰੇ ਦੇ ਸਾਰੇ। ਕਾਮਣ ਲੋੜੈ ਸੋਇਨਾ ਰੂਪਾ, ਮਿੱਤਰ ਲੋੜੈਨ ਸੁਖਾ ਦਾਤਾ। ਕਹਿੰਦੇ ਮੈਕਸੀਮਮ ਆਦਮੀ ਕੀ ਕਰਦਾ ਹੈ ਘਰਵਾਲੀ ਦੇ ਵਾਸਤੇ? ਘਰਵਾਲੀ ਕੀ ਚਾਹੁੰਦੀ ਹੈ? ਕਹਿੰਦੇ ਸੋਨਾ ਰੂਪਾ, ਗਹਿਣੇ ਚਾਹੁੰਦੀ ਹੈ, ਧਨ ਦੌਲਤ ਚਾਹੁੰਦੀ ਆ। ਮਿੱਤਰ ਲੋੜੈਨ ਸੁਖਾ ਦਾਤਾ, ਮਿੱਤਰ ਕੀ ਚਾਹੁੰਦੇ ਆ? ਮਿੱਤਰ ਚਾਹੁੰਦੇ ਆ ਕਿ ਲਿਆ ਪਿਆਰਿਆ, ਜਦ ਤੱਕ ਖਵਾਈ ਜਾ ਰਿਹਾ ਆ, ਖਾਣ ਦੇ ਪਦਾਰਥ ਦੇ ਰਿਹਾ, ਤਦ ਤੱਕ ਮਿੱਤਰਤਾ ਹੈ। ਜਿੱਦਣ ਬੰਦ ਕਰ ਦੋ ਉਦਣ ਮਿੱਤਰਤਾ ਖਤਮ। ਕਾਮਣ ਲੋੜੈ ਸੋਇਨਾ ਰੂਪਾ, ਮਿੱਤਰ ਲੋੜੈਨ ਸੁਖਾ ਦਾਤਾ। ਨਾਨਕ ਪਾਪ ਕਰੇ ਤਿੰਨ ਕਾਰਨ, ਜਾਸੀ ਜਮਪੁਰ ਬਾਦਾਤਾ। ਕਹਿੰਦੇ ਉਹਨਾਂ ਦੇ ਕਾਰਨ ਪਾਪ ਕਰ ਰਿਹਾ ਹੈ ਪਿਆਰਿਆ, ਉਹਨਾਂ ਦੇ ਕਾਰਨ ਸਾਰਾ ਕੁਛ ਕਰੀ ਜਾ ਰਿਹਾ ਹੈ, ਤੇ ਜਮਪੁਰੀ ਜਾਣਾ ਹੈ, ਬੰਨ ਕੇ ਜਾਣਾ ਹੈ। ਉਹ ਤਾਂ ਪਿਆਰਿਆ ਤੂੰ ਹੀ ਜਾਣਾ ਹੈ, ਲੇਖਾ ਤੈਨੂੰ ਦੇਣਾ ਪੈਣਾ ਹੈ। ਹਾਂਜੀ, ਇਹ 14 ਹੋ ਗਏ ਟੋਟਲ ਉਹਨਾਂ ਦੇ। 12 ਦੀ ਲੜੀ ਸੀਗੀ, 2 ਉੱਪਰ ਹੋ ਗਏ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਡਾਕਟਰ ਫਤਿਹ। ਲਾਭ ਸਿੰਘ ਜੀ ਦਿਖ ਰਹੇ ਨੇ ਜੀ, ਡਾਕਟਰ ਲਾਭ ਸਿੰਘ। ਹਾਂਜੀ 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 ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਆਨੰਦ ਆਇਆ। ਬਹੁਤ ਸ਼ੁਕਰੀਆ। ਤੁਹਾਡੀ ਆਵਾਜ਼ ਨਹੀਂ ਆ ਰਹੀ ਵੀਰ ਜੀ, ਖਰਖਰ ਜਾ ਮਾਈਕ ਨੇੜੇ ਕਰੋ। ਮਾਈਕ। ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗਿਆਨ ਨਾਲ ਮਾਲਕ ਨੇ ਜਿਹੜੀ ਹੈ ਨਾ ਬਹੁਤ ਜਿਹੜੀ ਹੈਗੀ ਆ, ਇਹ ਤਾਂ ਇੰਨੀ ਮਿਹਰ ਹੈਗੀ ਆ ਬਈ ਕਹਿ ਨਹੀਂ ਸਕਦੇ। ਜਿਹੜੀ ਹੈਗੀ ਆ ਸੰਗਤ ਦੇ ਰਿਹਾ, ਜਿਹੜੀ ਸੰਗਤ ਮਿਲ ਰਹੀ ਆ ਆਪਾਂ ਨੂੰ, ਇਹ ਤਾਂ ਬਈ ਬਹੁਤ। भाजी लास्ट और 5 हम लिख देना रखो। ਹਾਂਜੀ ਹਾਂਜੀ मतलब 5 ਜਾਣੇ ਆ ਆਤਮਾ ਇੱਕ ਕੱਲੀ ਰੂਹ ਆ, ਔਰ ਉਹਦੇ ਨਾਲ ਕਾਮ ਕਾਲ ਰੰਗ ਗਿਆਨ ਇੰਦਰੀਆਂ ਕਰਮ ਇੰਦਰੀਆਂ ਸਭ ਉਹਦੀ ਸਪੋਰਟ ਲਈ ਤਾਂ ਬੰਦਾ ਇਕੱਲਾ ਇੱਕ ਹੈ। ਵੀਰ ਜੀ ਤੁਹਾਡੀ ਨਾ ਤੁਹਾਡੀ ਖਰਖਰ ਆ ਰਹੀ ਹੈ। ਆ ਰਹੀ ਹੈ ਜੀ। ਹਾਂਜੀ ਇਹ ਡਾਕਟਰ ਸਾਹਿਬ ਦਾ ਨੈਟ। ਹਾਂਜੀ ਹਾਂਜੀ ਵੀਰ ਜੀ ਤੁਹਾਡਾ ਮਾਈਕ ਸਹੀ ਨਹੀਂ ਹੈਗਾ। ਹਾਂਜੀ 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 ਹੁਣ ਚਰਨਜੀਤ ਜੀ ਤੁਸੀਂ ਕੀ ਕਹਿ ਰਹੇ ਸੀ? ਨਹੀਂ ਜੀ ਮੈਂ ਤਾਂ ਇਹ ਕਹਿਣਾ ਕਿ ਇੱਕ ਕੱਲੀ ਰੂਹ ਆਤਮਾ ਔਰ ਬੰਦੇ ਮੂਹਰੇ 5 ਔਰ ਬਾਕੀ ਕਾਲ ਤੇ ਗਿਆਨ ਇੰਦਰੀਆਂ ਕਰਮ ਇੰਦਰੀਆਂ ਸਭ ਉਹਨਾਂ ਦੀ ਸਪੋਰਟ ਨੂੰ ਆ ਤਾਂ ਬਾਅਦ ਚ ਕੰਮ ਹੋ ਜਾਂਦਾ। ਤਾਂ ਬੰਦਾ ਕੱਲੀ ਆਤਮਾ ਦੇ ਸਿਰ ਚ ਡੰਡਾ ਪੈਂਦਾ ਤਾਂ ਪਹੁੰਚ ਜਾਂਦਾ ਉੱਥੇ ਨਗਰੀ ਜੀ। ਹਾਂ ਬਿਲਕੁਲ ਉਹਦੇ ਬਾਰੇ ਜੀ ਪੂਰਾ ਬਹੁਤ ਵਧੀਆ ਦੱਸਿਆ ਜੀ। ਨਿਕਲਣ ਦਾ ਰਸਤਾ ਵੀ ਦੱਸਿਆ ਹੈ, ਦੇਖ ਲਓ ਭਾਈ। ਸ੍ਰੀ ਰਾਮ ਨਾਮਾ ਉਚਰ ਮਨਾ ਆਗੇ ਜਮਦਲ ਬਿਖਮ ਘਨਾ। ਪਹਿਲਾਂ ਹੀ ਐਡਵਾਂਸ 'ਚ ਦੇਖ ਲਓ ਸੂਚਨਾ ਦੇ ਰਹੇ, ਐਡਵਾਂਸ 'ਚ ਆਪਾਂ ਨੂੰ ਜਿਹੜੇ ਹੈਗੇ ਆਪਾਂ ਨੂੰ ਚੇਤਾ ਰਹੇ ਆ ਮਹਾਰਾਜ ਵੀ ਬਚ ਸਕਦਾ ਹੈ ਹਾਲੇ ਵੀ। ਰਾਸਤਾ ਇੱਕੋ ਹੀ ਹੈ ਜੀ। ਮੈਂ ਸੋਚਦਾ ਭਾਜੀ ਕਿ ਇਹ ਹਾਲੇ ਮਹਾਰਾਜ ਦੀ ਬਾਣੀ ਤੋਂ ਸਾਨੂੰ ਗਿਆਨ ਹੋ ਗਿਆ ਕਿ ਪਰ ਜਿੰਨਾ ਇੰਨੀ ਉਮਰ ਨਿਕਲ ਗਈ ਪਤਾ ਹੀ ਨਹੀਂ ਲੱਗਾ ਕਿ ਕੀ ਸੀਗਾ, ਕਿ ਕਰਨਾ ਕੀ ਸੀ ਜੀ। ਦੁਨਿਆਵੀ ਕਿ ਲੜਾਈ ਲੜਦੇ ਰਹੇ। ਉਹ ਤਾਂ ਜਿਹੜਾ ਨਿਕਲ ਗਈ ਨਾ ਉਹ ਤਾਂ ਤੁਸੀਂ ਛੱਡੋ। ਜਿਹੜਾ ਹੁਣ ਤੀਰ ਨਿਕਲ ਗਏ ਉਹਨਾਂ ਦਾ ਕੁਝ ਨਹੀਂ ਹੋ ਸਕਦਾ। ਉਹਨਾਂ ਨੇ ਜਿੱਥੇ ਜਿੱਥੇ ਜੋ ਕਰਨਾ ਸੀਗਾ ਉਹ ਕਰ ਦਿੱਤਾ, ਉਹ ਤਾਂ ਕਰਮ ਬਣ ਗਏ। ਹੁਣ ਤਾਂ ਜਿਹੜੇ ਤੀਰ ਬਾਕੀ ਹੈਗੇ ਉਹਨਾਂ ਨੂੰ ਆਪਾਂ ਸੰਭਾਲੀਏ, ਉਹਨਾਂ ਨੂੰ ਸਹੀ ਤਰ੍ਹਾਂ ਚਲਾ ਲਈਏ, ਬਸ ਇਹੀ ਹੈਗੀ ਜੀ ਬੇਨਤੀ। ਹਾਂਜੀ ਸੰਸਕਾਰ ਬਣ ਵੀਰ ਜੀ। ਇੱਕ ਨਾ ਸਿੰਪਲ ਜੀ ਮੇਰੇ ਮਨ ਚ ਮੈਂ 1 ਮਿੰਟ ਲੈਣਾ। ਮੈਨੂੰ ਅੱਜ ਸਵੇਰੇ ਇੱਕ ਧਿਆਨ ਚ ਆ ਰਹੀ ਸੀ ਕਿ ਵੀ ਨਾ ਜਦੋਂ ਜਿਹੜਾ ਨਿਰਵਿਚਾਰ ਅਵਸਥਾ ਚ ਜਦੋਂ ਆਉਂਦੇ ਆ ਨਾ ਜੀ, ਉਦੋਂ 2 ਚੀਜ਼ਾਂ ਪਰੇਸ਼ਾਨ ਕਰਦੀਆਂ। ਇੱਕ ਲੋਭ, ਇੱਕ ਕਾਮ ਮਤਲਬ ਕਾਮਨਾਵਾਂ ਜਿਹੜੀਆਂ। ਮਤਲਬ ਲੋਭ ਤਾਂ ਉਹ ਚੀਜ਼ ਹੈ ਕਿ ਜਿਹੜਾ ਨਾ ਅਸੀਂ ਚੀਜ਼ਾਂ ਬਣਾ ਲਈਆਂ, ਅਸੀਂ ਉਹਨਾਂ ਨੂੰ ਇਹ ਹੁੰਦਾ ਕਿ ਮੇਰੇ ਕੋਲ ਖੁਸ਼ ਨਾ ਜਾਣ, ਉਹਦੇ ਆਲੇ ਦੁਆਲੇ ਘੁੰਮੀ ਜਾਂਦੇ ਆ ਅਸੀਂ। ਉਹ ਲੋਭ ਹੈ, ਮਤਲਬ ਉਹਨੂੰ ਪਕੜ ਕੇ ਬੈਠੇ ਆ। ਤੇ ਕਾਮ ਮਤਲਬ ਕਾਮਨਾਵਾਂ ਕਿ ਵੀ ਮੇਰੇ ਕੋਲ ਹੋਰ ਆ ਜੇ। ਉਹ ਉਹਨਾਂ ਦੋਨਾਂ ਤੋਂ ਜੇ ਛੁਟਕਾਰਾ ਹੋ ਗਿਆ ਨਾ ਜੀ, ਕ੍ਰੋਧ ਮੋਹ ਤੇ ਜਿਹੜਾ ਹੰਕਾਰ ਇਹ ਆਪਣੇ ਆਪ ਹੀ ਦੂਰ ਹੋ ਜਾਣਗੇ। ਮਤਲਬ 2 ਚੀਜ਼ਾਂ ਤੇ ਕੰਸਨਟਰੇਟ ਕਰੋ। ਜੋ ਤੁਹਾਡੇ ਕੋਲ ਹੈਗਾ, ਕੋਠੀਆਂ ਕਾਰਾਂ, ਜੋ ਵੀ ਤੁਹਾਡੀ ਜਾਇਦਾਦ ਹੈ, ਉਹਦਾ ਲੋਭ ਤਿਆਗਣਾ ਮਤਲਬ, ਹਨਾ। ਉਹ ਜੇ ਮਤਲਬ ਜਦੋਂ ਆਪਾਂ ਨਿਰਵਿਚਾਰ ਚ ਜਾਣਦੇ ਵੇਲੇ, ਹਨਾ ਜੀ, ਉਹ ਮੈਨੂੰ ਇਹ ਚੀਜ਼ਾਂ ਬੜੀਆਂ ਮਤਲਬ ਜੋ ਨਿਕਲ ਕੇ ਆਇਆ, ਬੜੀ ਮੁਸ਼ਕਲ ਨਿਕਲਿਆ। ਮਤਲਬ ਨਹੀਂ ਹੁਣ ਇਹ ਮੈਂ ਤੁਹਾਨੂੰ ਆਪਣਾ ਨਿੱਜੀ ਐਕਸਪੀਰੀਅੰਸ ਸ਼ੇਅਰ ਕਰ ਰਿਹਾ ਸੀ। ਇਸ ਤੋਂ ਅੱਗੇ ਜਿਹੜਾ ਨਾ ਹੁਣ ਅੱਗੇ ਜਿਹੜਾ ਇਸ ਤੋਂ ਅੱਗੇ ਹੋਰ ਬਰੀਕ ਹੋ ਜਾਂਦੀ ਹੈ ਮਾਇਆ। ਜਿਹੜੇ ਇਹ ਕਾਮ ਕ੍ਰੋਧ ਲੋਭ ਓਂਕਾਰ, ਚਲੋ ਇਹਨਾਂ ਤੋਂ ਜਿਹੜਾ ਹੈਗਾ ਆਪਾਂ ਨਿਕਲ ਗਏ ਤੇ ਲਾਲਚ ਵੀ ਖਤਮ ਹੋ ਗਿਆ, ਸਾਰਾ ਠੀਕ ਆ। ਇਸ ਤੋਂ ਬਾਅਦ ਜਿਹੜਾ ਹੈਗਾ ਫਿਰ ਭਗਤੀ ਜਿਹੜੀ ਹੈਗੀ ਨਾ, ਉਹਨੇ ਭਗਤੀ ਦਾ ਰੂਪ ਲੈ ਲੈਣਾ ਆ। ਇਹ ਜਿਹੜੀ ਹੈਗੀ ਮਾਇਆ, ਉਹ ਫਿਰ ਉਹਦਾ ਹੰਕਾਰ ਹੋਣਾ ਸ਼ੁਰੂ ਹੋ ਜਾਂਦਾ। ਹਾਂ ਉਹਦਾ ਹੰਕਾਰ ਕੀ ਆ? ਉਹਨੇ ਤਾਂ ਬਸ ਫਿਰ ਜਿਹੜਾ ਹੈਗਾ ਤੁਹਾਨੂੰ ਜਿਹੜਾ ਇਹ ਕਹਿਣਾ ਵੀ ਚੱਲ ਬਈ ਹੁਣ ਜਿਹੜਾ ਹੈਗਾ ਧਿਆਨ ਸਿਮਰਨ ਦੀ ਕੀ ਲੋੜ ਆ, ਹੁਣ ਚੱਲ ਇੱਥੇ ਜਿਹੜਾ ਹੈਗਾ ਇਹਨਾਂ ਦੀ ਕਥਾ ਸੁਣ ਲਾ, ਕਰ ਲਾ। ਉਹਨੇ ਫਿਰ ਜਿਹੜਾ ਬਾਣੀ ਪੜ੍ਹ ਲਾ, ਕੀਰਤਨ ਸੁਣ ਲਾ। ਬਸ ਇਸ ਤਰ੍ਹਾਂ ਦੇ ਵਿਚਾਰ ਸ਼ੁਰੂ ਹੋ ਜਾਣੇ। ਫਿਰ ਨਾਮ ਅਭਿਆਸ ਦੇ ਵਾਸਤੇ, ਸੁਣਨ ਦੇ ਵਿੱਚ ਬੈਠਣ ਦੇ ਵਾਸਤੇ ਉਹਨੇ ਫਿਰ ਰੁਕਾਵਟ ਪਾ ਦੇਣੀ। ਵੀਰ ਜੀ ਮੈਨੂੰ ਹਾਂਜੀ ਮੈਨੂੰ ਮਹਿਸੂਸ ਹੋ ਰਿਹਾ ਜੀ ਬਹੁਤ ਕੁਛ ਨਾ ਆਪਾਂ ਨੂੰ ਮਨ ਦੇ ਤਲ ਤੇ ਹੀ ਮਹਿਸੂਸ ਹੁੰਦਾ ਵਾ, ਪਰ ਉਹ ਰਿਐਲਿਟੀ ਨਹੀਂ ਹੁੰਦੀ। ਆਪਾਂ ਨੂੰ ਭਰਮ ਹੀ ਆ ਲੱਗਦਾ ਵੀ ਆਪਾਂ ਤਿਆਗਤਾ
ਪਰ ਜਦੋਂ ਐਕਚੁਅਲ ਕੋਈ ਚੀਜ਼ ਆਪਣੇ ਨਾਲ ਹੈਪਨ ਹੁੰਦੀ ਆ ਨਾ, ਫੇਰ ਆਪਾਂ ਦੇਖੋ ਕੀ ਕਰਦੇ ਆ, ਉਦੋਂ ਪਤਾ ਲੱਗਣਾ ਜੀ ਪੂਰਾ। ਬਿਲਕੁਲ, ਬਹੁਤ ਵਧੀਆ ਗੱਲ ਹੈ, ਬਹੁਤ ਵਧੀਆ, ਕਿਉਂਕਿ ਜਿਵੇਂ ਦਾ ਨਾ ਸਹੀ ਗੱਲ ਹੈ, ਬਿਲਕੁਲ ਜੀ, ਪ੍ਰੈਕਟੀਕੈਲਿਟੀ ਇਜ਼ ਰਾਈਟ, ਬਿਲਕੁਲ ਗੱਲ ਸਹੀ ਹੈ ਜੀ। ਹਾਂ, ਕਿਉਂਕਿ ਇਹ ਤਾਂ ਜਿਹੜਾ ਮਨ ਜਿਹੜਾ ਨਾ ਆਪਾਂ ਨੂੰ ਲੱਗਦਾ ਹੈ ਕਿ ਜਿਹੜਾ ਹੈਗਾ ਇਹ ਮਨ ਜਿਹੜਾ ਹੈਗਾ ਇਹ ਸੱਪ ਜਿਹੜਾ ਹੈਗਾ ਇਹ ਹੁਣ ਨਿਸ਼ਚਲ ਹੋ ਗਿਆ ਹੈ, ਕੁੰਡਲੀ ਮਾਰ ਕੇ ਬਹਿ ਗਿਆ, ਪਤਾ ਨਹੀਂ ਇਹਨੇ ਕਦੋਂ ਜਿਹੜਾ ਉੱਠ ਕੇ ਜਿਹੜਾ ਹੈਗਾ ਫਨ ਚੱਕ ਲੈਣਾ ਹੈ ਭਾਈ, ਔਰ ਉਦੋਂ ਹੀ ਪਤਾ ਲੱਗਣਾ ਜਦ ਇਹਨੇ ਡੰਗ ਲੈਣਾ ਹੈ। ਬੈਕਫਾਇਰ ਮਾਰਦਾ। ਹਾਂ ਵੀਰ ਜੀ, ਤੁਸੀਂ ਇੱਕ ਹੋਰ ਬਹੁਤ ਵੱਡੀ ਗੱਲ ਕਹੀ ਹੈਗੀ ਆ ਕਿ ਜਿਹੜਾ ਸਾਡਾ ਮਨ ਜਦੋਂ ਇਹ ਕਹਿੰਦਾ ਮੈਂ ਸਾਰਾ ਕੁਝ ਛੱਡ ਦਿੱਤਾ, ਮੈਂ ਹੁਣ ਪਾਠ ਕਰਨਾ, ਮੈਂ ਆਹ ਚੀਜ਼ ਕਰਨਾ, ਇਹ ਵੀ ਇੱਕ ਮਾਇਆ ਹੀ ਹੈ ਤੇ ਜਿਹਦੇ ਵਿੱਚ ਅਸੀਂ ਗ੍ਰਿਪ ਦੇ ਵਿੱਚ ਆ ਜਾਂਦੇ ਆ। ਇਹਦੇ ਵਿੱਚੋਂ ਵੀ ਨਿਕਲਣ ਵਾਸਤੇ ਸਾਨੂੰ ਜੋ ਪ੍ਰੈਕਟੀਕਲ ਹੀ ਕਰਨਾ ਪੈਣਾ, ਬਿਲਕੁਲ ਜਿਹੜਾ ਸਹੀ ਨਾਮ ਆ ਉਹਦਾ ਧਿਆਨ ਸਿਮਰਨ ਕਰਕੇ ਆਪਾਂ ਉਸੇ ਪਾਸੇ ਨੂੰ ਲਾਈਏ। ਬਹੁਤ ਵੱਡੀ ਗੱਲ ਹੈਗੀ ਆ ਔਰ ਬੜੀ ਬਰੀਕੀ ਦੀ ਆ ਕਿ ਬੰਦਾ ਛੱਡ ਕੇ ਹਰ ਵੇਲੇ ਵੀ ਪਾਠ ਹੀ ਕਰਨ ਲੱਗਾ ਜਾਂਦਾ ਹੈਗਾ। ਜੋ ਅਸੀਂ ਪਾਠ ਕਰਦੇ ਹਾਂ ਜਾਂ ਅਸੀਂ ਇਹ ਸਿਮਰਨ ਓਦਾਂ ਵਾਹਿਗੁਰੂ ਵਾਹਿਗੁਰੂ ਕਹਿ ਰਹੇ ਹੈਗੇ, ਹਾਲੇ ਅਸੀਂ ਕੁਝ ਪ੍ਰਾਪਤੀ ਨਹੀਂ ਕੀਤੀ ਹੈਗੀ, ਤਾਂ ਅਸੀਂ ਇਹ ਜਿਹੜਾ ਕਾਲ ਆ ਉਹਦੇ ਵਿੱਚ ਹੀ ਰਹਿੰਦੇ ਹੈਗੇ ਆ। ਬਹੁਤ ਮਿਹਰਬਾਨੀ ਜੀ ਤੁਹਾਡੀ, ਇਹ ਤੁਸੀਂ ਜਾਣਕਾਰੀ ਦੇ ਦਿਓ ਜੀ, ਸ਼ੁਕਰੀਆ। ਨਹੀਂ ਬਹੁਤ ਵਧੀਆ। ਨਾਮ ਦੀ ਪ੍ਰਾਪਤੀ ਇਹ ਗੁਰਬਾਣੀ ਪੜ੍ਹਨ ਨਾਲ ਹੁੰਦੀ ਹੈ ਜੀ, ਪੜੋਗੇ ਉੱਤੇ ਵਿਚਾਰ ਕਰਾਂਗੇ ਤਾਂ ਹੀ ਪਰ ਨਾਮ ਦੀ ਪ੍ਰਾਪਤੀ ਹੋਊਗੀ, ਤਾਂ ਨਾਮ ਵਾਲੇ ਪਾਸੇ ਲੱਗਾਂਗੇ। ਬਿਲਕੁਲ, ਗੁਰੂ ਗ੍ਰੰਥ ਸਾਹਿਬ ਜੀ ਇਹ ਆਪਾਂ ਨੂੰ ਆਖਿਆ ਗਿਆ ਕਿ ਗੁਰਬਾਣੀ ਤਾਂ ਪੜ੍ਹਨੀ ਆ, ਪਰ ਕਦੇ ਗੁਰਬਾਣੀ ਨਹੀਂ ਪੜ੍ਹੀ ਜਾਣੀ, ਉਹਦਾ ਪ੍ਰੈਕਟਿਸ ਕਰਨ ਨਾਲ ਕਿਹਾ ਜੀ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਆਹ ਗੱਲ ਕਹਿ ਰਹੇ ਆ। ਹਾਂਜੀ, ਇਹ ਜਿਹੜੇ ਨਾ ਐਕਚੁਅਲੀ ਦੇਖੋ ਇਹ ਜਿਹੜਾ ਨਾ ਸਪਿਰਚੁਅਲ, ਇੱਕ ਮਿੰਟ ਤੁਹਾਡਾ ਮਾਈਕ ਬੰਦ ਕਰ ਦਿਓ ਜੀ, ਮਾਈਕ ਬੰਦ ਕਰਾ, ਮਾਈਕ ਬੰਦ ਕਰ ਦਿਓ। ਮੈਂ ਮਾਈਕ ਹੀ ਕਰਦਾ ਸੀਗਾ ਜੀ। ਹਾਂਜੀ ਮੈਂ ਕਰਤਾ। ਉਹਨਾਂ ਥੋੜੇ ਹਾਂਜੀ ਹਾਂ, ਇੱਕ ਮਿੰਟ ਤੁਸੀਂ ਕਰ ਦਿਓ ਭਾਜੀ। ਹਾਂਜੀ ਉਹ ਨਾ ਐਕਚੁਅਲੀ ਕੀ ਜਿਹੜਾ ਹੈਗਾ, ਦੇਖੋ ਆਪਾਂ ਜਿਹੜੇ ਹੈਗੇ ਇਹ ਭਗਤੀ ਜਿਹੜੀ ਹੈ ਨਾ, ਇਹਦੇ 3 ਪਹੀਏ ਹੈਗੇ ਭਾਈ, ਇਹ ਗੱਡੀ ਦੇ 3 ਪਹੀਏ ਹੈਗੇ ਆ। ਇੱਕ ਜਿਹੜਾ ਹੈਗਾ ਗਿਆਨ ਹੈਗਾ, ਇੱਕ ਜਿਹੜਾ ਹੈਗਾ ਧਿਆਨ ਹੈਗਾ, ਇੱਕ ਜਿਹੜਾ ਹੈਗਾ ਕਰਮ ਹੈਗੇ ਆਪਣੇ। 3 ਪਹੀਏ ਦੇ ਨਾਲ ਗੱਡੀ ਚੱਲਣੀ ਆ ਆਪਣੀ। ਐਕਸ਼ਨ ਵੀ ਸਹੀ ਹੋਣੇ ਚਾਹੀਦੇ ਆ। ਦੁਨੀਆ 'ਚ ਜਿਵੇਂ ਵਿਚਰਦੇ ਆ ਆਪਾਂ, ਜਿਹੜੇ ਹੈਗੇ ਕਰਮ ਜਿਹੜੇ ਹੈਗੇ ਉਹ ਵੀ ਉਹਨਾਂ ਦਾ ਵੀ ਬਹੁਤ ਮਹੱਤਵ ਹੈਗਾ। ਪਹਿਲਾਂ ਗਿਆਨ ਲੈਣਾ ਹੈ, ਫਿਰ ਗਿਆਨ ਲੈ ਕੇ ਉਹ ਕੰਮ ਕਰਨਾ ਹੈ, ਜੋ ਕਿ ਧਿਆਨ ਸਿਮਰਨ ਜਿਹੜਾ ਹੈਗਾ ਉਹ ਕਰਨਾ ਹੈ। ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਆਪਾਂ ਦਿਨੇ ਜਿਹੜਾ ਹੈਗਾ ਆਪਣੇ ਕਰਮ ਦੇਖਣੇ ਆ ਭਾਈ। ਤਿੰਨੋਂ ਸਹੀ ਹੋਣਗੇ ਤਾਂ ਜਿਹੜੀ ਇਹ ਗੱਡੀ ਜਿਹੜੀ ਹੈ ਸੁਖੈਨ ਜਿਹੜੀ ਹੈਗੀ, ਤਾਂ ਦਿਨ ਦੁਣੀ ਰਾਤ ਚੌਗਣੀ ਤਰੱਕੀ ਹੁੰਦੀ ਹੈ ਭਾਈ। ਮੈਂ ਕਹਿੰਦਾ ਭਾਜੀ, ਇਹ ਜਿਹੜੇ ਕਰਮ ਆ ਮੇਨ ਤਾਂ ਇਹ ਡੈਸਟਨੀ ਤੇਰੀ ਨਾਲੋਂ ਨਾਲ ਹੀ ਬਣਾਈ ਜਾਂਦੇ ਆ। ਜੇ ਅਸੀਂ ਗਿਆਨ ਲੈਨੇ ਆ ਔਰ ਵਿਚਾਰਦੇ ਆ, ਮਤਲਬ ਉਹਨੂੰ ਧਿਆਨ ਨੂੰ ਲਾਉਨੇ ਆ ਔਰ ਕਰਮ ਨਹੀਂ ਠੀਕ ਕਰਦੇ ਤਾਂ ਉਹ ਮੰਜ਼ਿਲ ਤਾਂ ਗਲਤ ਪਾਸੇ ਚਲੀ ਜਾਂਦੀ, ਸਮਝ ਲਓ। ਫਿਰ ਤਾਂ ਵੇਸਟ ਆਫ ਟਾਈਮ ਹੀ ਹੋਈ ਜਾਂਦਾ ਜੀ ਹਰ ਚੀਜ਼ ਦਾ। ਕਿਉਂਕਿ ਕਰਮ ਮਨ ਵਿੱਚ ਜਿਹੜੇ ਮਤਲਬ ਮਨ ਨਾਲ ਸੋਚਣਾ ਕਰਨਾ ਔਰ ਮਤਲਬ ਮਨ ਦੇ ਵਿੱਚ ਸੋਚਣਾ, ਮਨ ਵਿੱਚ ਇੱਕ ਕ੍ਰਿਤ ਮਤਲਬ ਪ੍ਰੈਕਟੀਕਲੀ, ਇਹ ਤਿੰਨੇ ਹੀ ਗਲਤ ਹੋਏ ਤਾਂ ਬਾਕੀ ਤਾਂ ਸਭ ਫਿਰ ਸਮਾਂ ਹੀ ਖਰਾਬ ਹੈ ਜੀ। ਜੇ ਉਹ ਬਦਲਣਾ ਨਹੀਂ ਫਿਰ ਤਾਂ ਬਹੁਤ ਮੁਸ਼ਕਿਲ ਹੈ, ਫਿਰ ਤਾਂ ਮਤਲਬ ਜੋ ਵੀ ਕੀਤਾ ਕਰਮ ਕਾਂਡ ਹੀ ਹੋ ਜਾਂਦਾ। ਹੋਰ ਕੋਈ ਆਪਸ਼ਨ ਨਹੀਂ ਹੈਗਾ ਤੁਹਾਡੇ ਕੋਲ, ਹੋਰ ਕੋਈ ਚੁਆਇਸ ਨਹੀਂ ਹੈਗੀ ਆ। ਕਰਮ ਇਹ ਜਿਹੜਾ ਵੇਸਟੇਜ ਆਫ ਟਾਈਮ ਨਹੀਂ ਹੈਗਾ, ਵੇਸਟੇਜ ਆਫ ਟਾਈਮ ਨਹੀਂ। ਇਸੇ ਦੇ ਨਾਲ ਕਹਿੰਦੇ ਕਰਤ ਅਭਿਆਸ ਕੇ ਜੜਮਤ ਹੋਤ ਸੁਜਾਨ, ਜੜਮਤੀ ਸੁਜਾਨ ਹੋ ਜਾਂਦੀ ਹੈ ਇਸੇ ਦੇ ਨਾਲ। ਗੱਲ ਇਸੇ ਨਾਲ ਬਣਨੀ ਆ, ਇਵੇਂ ਤਾਂ ਹੋ ਨਹੀਂ ਸਕਦਾ। ਆਪਾਂ ਜਿਹੜੇ ਹੈਗੇ ਆ, ਹੋਰ ਕੋਈ ਤਾਂ ਚਾਰਾ ਹੀ ਨਹੀਂ ਹੈਗਾ ਆਪਣੇ ਕੋਲ। ਹਾਂਜੀ, ਔਰ ਇੱਕ ਭਾਜੀ ਨਿਰਮਲ ਭੈ ਜਿਹੜਾ ਜਮ ਦਾ ਡੰਡਾ ਜਿੱਦਾਂ ਸਿਰ ਚ ਪੈਂਦਾ, ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸਭ 5 ਜਣਾ। ਮਤਲਬ ਜਿਹੜੇ ਦੇ ਇਹ ਭੈ ਹੋਵੇ ਨਾ ਕਿ ਸਿਰ ਚ ਜਿਹੜੇ ਮੌਤ ਦਾ ਡੰਡਾ ਪੈਣਾ, ਭਾਈ ਸਭ ਚੱਕ ਕੇ ਚੱਕਲਾ ਹੋ ਜਾਣੀ ਹੈ। ਸਭ ਰਹਿ ਜਾਣੀਆਂ ਤੇਰੀਆਂ ਇੱਥੇ ਕਮਾਈਆਂ ਕੀਤੀਆਂ, ਸਭ ਤੇਰੇ ਰਹਿ ਜਾਣੇ ਆ ਜੋ ਤੂੰ ਮਹਿਲਵਾੜੀਆਂ ਤੈਨੂੰ ਦੇਖ ਦੇਖ ਕੇ ਹੌਸਲਾ। ਮਤਲਬ ਨਿਕਲਣਾ ਔਖਾ, ਬਟ ਹੈ ਸਭ ਕੁਛ ਮਾਇਆ, ਸਭ ਕੁਛ ਬਣਾਈ ਕਰੇ ਤੋਦੀ ਜੀ, ਸਭ ਕੁਝ ਨਿਕਲਣਾ ਪੈਣਾ। ਬਿਲਕੁਲ ਜੀ, ਚਲੋ ਆਪਾਂ ਸ਼ੁਰੂ ਕਰੀਏ। ਚਲੋ ਜੀ, ਕਰੋ ਜੀ ਕਰੋ।
ਸੰਗਤ।